ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸਿੱਧ ਗੋਸ਼ਟ ਦੀ ਵਿਚਾਰ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਸਿੱਧਾਂ ਦੇ ਬਹੁਤ ਸਾਰੇ ਸਵਾਲ ਨੇ ਔਰ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਹਨ ਔਰ ਬ੍ਰਹਿਮੰਡੀ ਸੱਚ ਜੋ ਹੈ ਉਹਨਾਂ ਦੇ ਸਾਹਮਣੇ ਰੱਖਿਆ ਹੈ। ਜੀਵਨ ਕਿਸ ਢੰਗ ਦੇ ਨਾਲ ਇਨਸਾਨ ਨੇ ਜੀਣਾ ਹੈ, ਗੁਰੂ ਪਾਤਸ਼ਾਹ ਜੀ ਨੇ ਜੀਵਨ ਜਾਚ ਦਿੱਤੀ ਹੈ। ਤਾਂ ਕੱਲ ਤੱਕ ਅਸੀਂ 56 ਜੋ ਪੌੜੀਆਂ ਨੇ ਇਹਨਾਂ ਦੀ ਵਿਚਾਰ ਕਰ ਚੁੱਕੇ ਹਾਂ। ਕੱਲ ਵਾਲੀ ਲਾਸਟ ਪੰਕਤੀ ਸੀ, ਮਾਨੈ ਹੁਕਮ ਸਭੇ ਗੁਣ ਗਿਆਨ, ਯਾਨੀ ਜੋ ਗੁਰੂ ਦਾ ਹੁਕਮ ਮੰਨਦਾ ਹੈ ਉਸ ਵਿੱਚ ਸਾਰੇ ਗੁਣ ਆ ਜਾਂਦੇ ਨੇ ਔਰ ਉਹਨੂੰ ਸਾਰੀ ਸੂਝ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ। ਨਾਨਕ ਦਰਗਾਹ ਪਾਵੇ ਨਾਮ। ਤੇ ਐਸਾ ਜੋ ਇਨਸਾਨ ਹੈ ਗੁਰੂ ਦੱਸੇ ਰਾਹਾਂ ਤੇ ਤੁਰਨ ਵਾਲਾ, ਰੱਬੀ ਰਜ਼ਾ ਦੇ ਅੰਦਰ ਤੁਰਨ ਵਾਲਾ, ਉਹ ਰੱਬੀ ਦਰਗਾਹ ਦੇ ਅੰਦਰ ਮਾਣ ਪਾਉਂਦਾ ਹੈ, ਆਦਰ ਪਾਉਂਦਾ ਹੈ, ਸਤਿਕਾਰ ਪਾਉਂਦਾ ਹੈ। ਆਓ ਅਗਲੀ ਵਿਚਾਰ ਸਾਂਝੀ ਕਰੀਏ। ਸਾਚ ਵਖਰ ਧਨ ਪੱਲੇ ਹੋਏ। ਸਾਚ ਵਖਰ ਦਾ ਮਤਲਬ ਹੈ ਸੌਦਾ। ਪੱਲੇ ਹੋਏ ਦਾ ਮਤਲਬ ਜਿਹਨੇ ਹਾਸਲ ਕੀਤਾ ਹੁੰਦਾ ਹੈ, ਪੱਲੇ ਬੰਨਿਆ ਹੁੰਦਾ ਹੈ, ਖੱਟਿਆ ਹੁੰਦਾ ਹੈ। ਜਿਸ ਮਨੁੱਖ ਦੇ ਪੱਲੇ ਸੱਚਾ ਧਨ ਹੁੰਦਾ ਹੈ, ਸੱਚ ਹੁੰਦਾ ਹੈ, ਜਿਸ ਦੇ ਪੱਲੇ, ਜੋ ਮਨ ਵਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ ਹੈ, ਜੋ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜਿੰਦਾ ਹੈ, ਜੋ ਸੱਚੀ ਜੀਵਨੀ ਜੀ ਰਿਹਾ ਹੈ, ਸੱਚ ਜਿਸ ਦੇ ਪੱਲੇ ਹੈ। ਆਪ ਤਰੈ ਤਾਰੇ ਪੀ ਸੋਏ। ਐਸਾ ਜੋ ਮਨੁੱਖ ਹੈ ਜਿਸ ਦੇ ਪੱਲੇ ਸੱਚ ਹੈ, ਉਹ ਆਪ ਵੀ ਵਿਕਾਰਾਂ ਤੋਂ ਤਰਦਾ ਹੈ ਤੇ ਉਹ ਹੋਰਨਾਂ ਨੂੰ ਵੀ ਤਾਰਦਾ ਹੈ। ਤਾਂ ਸੱਚ ਜਿਹੜਾ ਹੈ, ਸੱਚ ਨੂੰ ਅਪਣਾ ਲੈਣਾ ਹੀ ਸੰਸਾਰ ਸਾਗਰ ਤੋਂ ਤਰਨਾ ਹੈ। ਕਿਉਂਕਿ ਜਿਸ ਦੇ ਪੱਲੇ ਸੱਚ ਹੋਏਗਾ ਉਹ ਇਨਸਾਨ ਵਿਕਾਰਾਂ ਦੇ ਵਿੱਚ ਨਹੀਂ ਡੁੱਬੇਗਾ ਔਰ ਵਿਕਾਰਾਂ ਤੋਂ ਬਚਣਾ ਹੀ, ਵਿਕਾਰਾਂ ਤੋਂ ਅਲੇਪ ਹੋਣਾ, ਰਹਿਤ ਹੋਣਾ ਹੀ ਸੰਸਾਰ ਸਾਗਰ ਤੋਂ ਤਰਨਾ ਹੈ। ਤੇ ਜੋ ਸੱਚਾ ਸੁੱਚਾ ਇਨਸਾਨ ਹੈ ਉਹ ਦੂਜੇ ਲੋਕਾਂ ਨੂੰ ਵੀ ਸੱਚ ਦੇ ਨਾਲ ਜੋੜਦਾ ਹੈ, ਦੂਜਿਆਂ ਨੂੰ ਵੀ ਉਹ ਸੱਚੇ ਰਾਹ ਤੇ ਤੁਰਨ ਦਾ ਉਪਦੇਸ਼ ਕਰਦਾ ਹੈ ਔਰ ਉਹ ਦੂਜਿਆਂ ਨੂੰ ਵੀ ਵਿਕਾਰਾਂ ਤੋਂ ਬਚਣ ਦੀ ਹਿਦਾਇਤ ਕਰਦਾ ਹੈ। ਇਸ ਲਈ ਸੱਚ ਨੂੰ ਅਪਣਾਉਣ ਵਾਸਤੇ ਵੱਖਰੀਆਂ ਸਮਾਧੀਆਂ ਲਾਉਣ ਦੀ, ਮਾਲਾਵਾਂ ਫੇਰਨ ਦੀ, ਜੰਗਲਾਂ ਵਿੱਚ ਭਟਕਣ ਦੀ, ਗ੍ਰਸਤ ਔਰ ਸੰਸਾਰ ਨੂੰ ਤਿਆਗਣ ਦੀ ਲੋੜ ਨਹੀਂ ਹੈ। ਸਗੋਂ ਸੰਸਾਰ ਅੰਦਰ ਰਹਿੰਦਿਆਂ, ਗ੍ਰਸਤ ਵਿੱਚ ਰਹਿੰਦਿਆਂ, ਸਮਾਜ ਵਿੱਚ ਜ਼ਿੰਦਗੀ ਜੀਂਦਿਆਂ ਸੱਚ ਨੂੰ ਬੇਸ ਬਣਾਉਣ ਦੀ ਲੋੜ ਹੈ। ਸਹਿਜ ਰਤਾ ਬੁੱਝੈ ਪਤ ਹੋਏ। ਤਾਂ ਗੁਰੂ ਜੀ ਕਹਿੰਦੇ ਨੇ ਸਹਿਜ ਰਤਾ, ਸਹਿਜ ਦਾ ਮਤਲਬ ਜੋ ਆਤਮਕ ਅਡੋਲਤਾ ਦੇ ਵਿੱਚ, ਰਤਾ ਦਾ ਮਤਲਬ ਰੰਗਿਆ ਹੋਇਆ ਹੈ, ਜੋ ਮਸਤ ਰਹਿੰਦਾ ਹੈ। ਬੁੱਝੈ ਦਾ ਮਤਲਬ ਉਹ ਅਸਲੀਅਤ ਨੂੰ ਸਮਝ ਲੈਂਦਾ ਹੈ। ਪਤ ਹੋਏ ਦਾ ਮਤਲਬ ਉਹਨੂੰ ਇੱਜ਼ਤ ਮਿਲਦੀ ਹੈ। ਜੋ ਇਨਸਾਨ ਅਡੋਲ ਅਵਸਥਾ ਵਿੱਚ ਮਸਤ ਰਹਿ ਕੇ ਸਹਿਜ ਵਿੱਚ ਆਪਣੇ ਆਪ ਨੂੰ ਰੰਗਦਾ ਹੈ, ਯਾਨੀ ਮਨ ਬਚਨ ਕਰਮ ਕਰਕੇ ਜੋ ਸੱਚ ਦਾ ਧਾਰਨੀ ਹੋ ਜਾਂਦਾ ਹੈ, ਉਹ ਅਸਲੀਅਤ ਨੂੰ ਸਮਝਦਾ ਹੈ, ਅਸਲੀ ਜ਼ਿੰਦਗੀ ਉਹ ਜੀਂਦਾ ਹੈ। ਤੇ ਜੋ ਅਸਲੀਅਤ ਨੂੰ ਸਮਝ ਕੇ ਜ਼ਿੰਦਗੀ ਜੀ ਰਿਹਾ ਹੈ, ਸੱਚ ਨੂੰ ਸਮਝ ਕੇ ਜ਼ਿੰਦਗੀ ਜੀ ਰਿਹਾ ਹੈ, ਐਸੇ ਇਨਸਾਨ ਨੂੰ ਇੱਜ਼ਤ ਮਿਲਦੀ ਹੈ, ਉਹਨੂੰ ਦੁਨੀਆ ਦੇ ਅੰਦਰ ਆਦਰ ਔਰ ਸਤਿਕਾਰ ਮਿਲਦਾ ਹੈ। ਜਿਵੇਂ ਆਪਾਂ ਕੱਲ ਵੀ ਬੇਨਤੀ ਕੀਤੀ ਸੀ, ਪਰਸੋਂ ਵੀ, ਕਿ ਜ਼ਰੂਰਤ ਹੈ ਅਸਲੀਅਤ ਨੂੰ ਸਮਝਣ ਦੀ। ਜਦ ਤੱਕ ਅਸੀਂ ਕਿਸੇ ਚੀਜ਼ ਦੀ ਅਸਲੀਅਤ ਨੂੰ ਨਹੀਂ ਜਾਣਦੇ, ਉਦੋਂ ਤੱਕ ਸਾਨੂੰ ਉਸ ਵਸਤੂ ਦੇ ਵਿੱਚੋਂ ਸੁੱਖ ਜਿਹੜਾ ਹੈ ਪ੍ਰਾਪਤ ਨਹੀਂ ਹੋ ਸਕਦਾ। ਇਸ ਲਈ ਜ਼ਰੂਰਤ ਹੈ ਅਸਲੀਅਤ ਨੂੰ ਜਾਣਨ ਦੀ। ਜਦੋਂ ਅਸੀਂ ਅਸਲੀਅਤ ਨੂੰ ਸਮਝਾਂਗੇ ਤਾਂ ਬਹੁਤ ਸਾਰੇ ਐਸੇ ਕਰਮ ਕਾਂਡ ਜੋ ਅਸੀਂ ਧਰਮ ਸਮਝ ਕੇ ਕਰ ਰਹੇ ਹਾਂ, ਸਾਨੂੰ ਉਹ ਵਿਅਰਥ ਭਾਸਣਗੇ ਕਿ ਐਵੇਂ ਹੀ ਆਪਣੀ ਜ਼ਿੰਦਗੀ ਦਾ ਸਮਾਂ ਜਾਇਆ ਕਰ ਰਹੇ ਹਾਂ। ਇਸ ਲਈ ਜ਼ਰੂਰਤ ਹੈ ਸੱਚ ਨੂੰ ਬੰਦਾ ਸਮਝੇ, ਅਸਲੀਅਤ ਨੂੰ ਜਾਣੇ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋਵੇ, ਤਾਂ ਹੀ ਉਹਨੂੰ ਇੱਜ਼ਤ ਮਾਨ ਆਦਰ ਔਰ ਸਤਿਕਾਰ ਮਿਲ ਸਕਦਾ ਹੈ। ਤਾਂ ਕਿ ਕੀਮਤ ਕਰੇ ਨਾ ਕੋਈ। ਜਿਹੜਾ ਐਸਾ ਮਨੁੱਖ ਹੈ ਜਿਨਨੇ ਸੰਸਾਰ ਦੀ, ਜੀਵਨ ਦੀ ਅਸਲੀਅਤ ਨੂੰ ਸਮਝਿਆ ਔਰ ਜੋ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀ ਰਿਹਾ ਹੈ,
ऐसे मनुख का कोई मुल नहीं पा सकता, ऐसे मनुख की कोई कीमत नहीं है। वो महान है मनुख, ਉਹਨੂੰ ਕਿਸੇ ਕੀਮਤ ਦੇ ਨਾਲ ਕੋਈ ਖਰੀਦ ਨਹੀਂ ਸਕਦਾ, ਉਹਨੂੰ ਕਿਸੇ ਕੀਮਤ ਦੇ ਨਾਲ ਸੱਚ ਤੋਂ ਡੁਲਾਇਆ ਨਹੀਂ ਜਾ ਸਕਦਾ, ਔਰ ਐਸਾ ਮਨੁੱਖ ਸਭ ਤੋਂ ਮਹਾਨ ਹੈ। ਐਸੇ ਮਨੁੱਖ ਨੂੰ ਫਿਰ ਉਹਦੇ ਜੀਵਨ ਐਸੇ ਮਨੁੱਖ ਦਾ ਕੈਸਾ ਬਣ ਜਾਂਦਾ, ਉਹਦਾ ਨਜ਼ਰੀਆ ਕੈਸਾ ਹੈ। ਜਹ ਦੇਖਾਂ ਤਹ ਰਹਾ ਸਮਾਏ, ਉਹ ਜਿੱਧਰ ਵੀ ਵੇਖਦਾ ਹੈ, ਗੁਰੂ ਜੀ ਕਹਿੰਦੇ ਨੇ ਜਿੱਧਰ ਵੀ ਮੈਂ ਵੇਖਦਾ ਹਾਂ ਉਧਰ ਹੀ ਉਹ ਪ੍ਰਭੂ ਜਿਹੜਾ ਹੈ ਸਮਾਇਆ ਹੋਇਆ ਨਜ਼ਰੀ ਪੈਂਦਾ ਹੈ। ਰੱਬ ਹੀ ਦਿਸਦਾ ਹੈ ਵਿਆਪਕ। ਸੱਚ ਨੂੰ ਜਾਣਨ ਵਾਲਾ, ਅਸਲੀਅਤ ਨੂੰ ਜਾਣਨ ਵਾਲਾ ਜਿਹੜਾ ਇਨਸਾਨ ਹੈ ਨਾ, ਉਹਨੂੰ ਜਿੱਧਰ ਵੀ ਉਹ ਦੇਖਦਾ ਹੈ ਉਧਰ ਰੱਬ ਹੀ ਰੱਬ ਨਜ਼ਰੀ ਪੈਂਦਾ ਹੈ, ਕਿਉਂਕਿ ਉਹਨੂੰ ਇਸ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਸੰਸਾਰ ਦੇ ਨਾਲੋਂ ਰੱਬ ਵੱਖਰਾ ਨਹੀਂ ਹੈ। ਅਸਲੀਅਤ ਇਹੀ ਹੈ। ਆਮ ਜੋ ਮਨੁੱਖ ਹੈ ਉਹ ਇਹ ਸਮਝੀ ਬੈਠਾ ਹੈ ਕਿ ਰੱਬ ਕਿਤੇ ਉੱਤੇ ਬੈਠਾ ਹੋਇਆ ਹੈ, ਜੰਨਤ ਵਿੱਚ ਜਾਂ ਕਿਸੇ ਸਵਰਗ ਵਿੱਚ ਜਾਂ ਬੈਕੁੰਠ ਵਿੱਚ, ਜਾਂ ਜਿਵੇਂ ਸਾਡੇ ਬਾਬੇ ਕਹਿੰਦੇ ਨੇ ਸੱਚਖੰਡ ਵਿੱਚ ਰੱਬ ਉੱਤੇ ਵਸਦਾ ਹੈ। ਉਹਨੂੰ ਇਸ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਚਾਰ ਚੁਫੇਰੇ ਰੱਬ ਹੀ ਫੈਲਿਆ ਹੋਇਆ ਹੈ, ਇੱਕ ਓੰਕਾਰ ਹੀ ਹੈ, ਇੱਕੋ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ ਅਨੇਕਾਂ ਕਿਸਮਾਂ ਦੇ ਨਾਲ, ਇੱਕੋ ਹੀ ਅਨੇਕ ਹੋਇਆ ਹੋਇਆ ਹੈ। ਅਦਿਸਤਾ ਜਗਤ ਹੀ ਰੱਬ ਦਾ ਰੂਪ ਹੈ। ਗੁਰੂ ਜੀ ਦਾ ਪਾਵਨ ਬਚਨ ਹੈ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਉਹ ਫਿਰ ਬੜੇ ਮਾਨ ਦੇ ਨਾਲ ਕਹਿੰਦਾ ਹੈ, ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖਾਂ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਅਸਲੀਅਤ ਨੂੰ ਸਮਝ ਲਿਆ, ਜਿਨ੍ਹਾਂ ਨੇ ਤੱਤ ਨੂੰ ਜਾਣ ਲਿਆ, ਜਿਨ੍ਹਾਂ ਨੇ ਸੱਚੀ ਜ਼ਿੰਦਗੀ ਮਨ ਬਚਨ ਕਰਮ ਕਰਕੇ ਜੀਵੀ ਹੈ। ਨਾਨਕ ਪਾਰ ਪਰੈ ਸੱਚ ਭਾਏ। ਸੱਚ ਭਾਏ ਦਾ ਮੀਨਿੰਗ ਹੈਗਾ ਸੱਚ ਦੇ ਭਾਵ ਵਿੱਚ, ਯਾਨੀ ਸੱਚੇ ਪ੍ਰਭੂ ਦੇ ਅਨੁਸਾਰ ਹੋ ਕੇ, ਸੱਚੇ ਦੀ ਰਜ਼ਾ ਦੇ ਅੰਦਰ, ਸੱਚ ਦੇ ਪ੍ਰੇਮ ਦੇ ਅੰਦਰ। ਨਾਨਕ ਪਾਰ ਪਰੈ ਸੱਚ ਭਾਏ। ਭਾਏ ਦਾ ਮਤਲਬ ਪ੍ਰੇਮ। ਉਹ ਸੱਚੇ ਪਿਆਰ ਦੇ ਰਾਹੀਂ ਵਿਕਾਰਾਂ ਤੋਂ ਪਾਰ ਹੋ ਜਾਂਦਾ ਹੈ, ਸੰਸਾਰ ਸਾਗਰ ਤੋਂ ਉਤਰ ਜਾਂਦਾ ਹੈ ਸੱਚੇ ਦੀ ਪ੍ਰੀਤ ਦੇ ਨਾਲ, ਸੱਚ ਦੇ ਪਿਆਰ ਦੇ ਨਾਲ। ਹੁਣ ਦੇਖੋ ਕਿੰਨਾ ਸੌਖਾ ਹੈ ਨਾ ਸੰਸਾਰ ਸਾਗਰ ਤੋਂ ਤਰਨਾ। ਇਹ ਸੱਚ ਦੇ ਨਾਲ ਪ੍ਰੀਤ ਪਾਣੀ ਹੈ। ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਕਮਾਣਾ, ਸੱਚ ਦਾ ਸੰਗ੍ਰਹਿਣ ਕਰਨਾ, ਹਰ ਚੀਜ਼ ਦੀ ਅਸਲੀਅਤ ਨੂੰ ਸਮਝਣਾ ਔਰ ਉਹਦੀ ਅਸਲੀਅਤ ਨੂੰ ਜਾਣ ਕੇ ਜ਼ਿੰਦਗੀ ਜੀਣੀ, ਸੱਚ ਨੂੰ ਸਮਝ ਕੇ ਜੀਵਨ ਜੀਣਾ। ਤਾਂ ਗੁਰੂ ਜੀ ਕਹਿੰਦੇ ਨੇ ਐਸਾ ਇਨਸਾਨ ਜੋ ਸੱਚ ਦੇ ਨਾਲ ਪ੍ਰੀਤ ਪਾਉਣ ਵਾਲਾ ਹੈ, ਉਹ ਸੱਚ ਦੀ ਪ੍ਰੀਤ ਕਰਕੇ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਤਾਂ ਸੰਸਾਰ ਸਾਗਰ ਜੋ ਵਿਕਾਰ ਨੇ, ਇਹਨਾਂ ਤੋਂ ਤਰਨ ਵਾਸਤੇ, ਇਹਨਾਂ ਤੋਂ ਬਚਣ ਵਾਸਤੇ ਗ੍ਰਸਤ ਨੂੰ ਛੱਡਣ ਦੀ ਲੋੜ ਥੋੜਾ ਹੈ, ਸੰਸਾਰ ਨੂੰ ਤਿਆਗਣ ਦੀ ਲੋੜ ਥੋੜਾ ਹੈ, ਕੋਈ ਵੱਖਰੀਆਂ ਸਮਾਧੀਆਂ ਲਾਉਣ ਦੀ ਜ਼ਰੂਰਤ ਥੋੜੀ ਹੈ, ਕੋਈ ਮਾਲਾ ਫੇਰਨ ਦੀ ਜ਼ਰੂਰਤ ਥੋੜੀ ਹੈ। ਜ਼ਰੂਰਤ ਤਾਂ ਸੱਚ ਦੇ ਨਾਲ ਪ੍ਰੀਤ ਪਾਉਣ ਦੀ ਹੈ, ਜ਼ਰੂਰਤ ਤਾਂ ਅਸਲੀਅਤ ਨੂੰ ਸਮਝਣ ਦੀ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਹੁਣ ਸਵਾਲ ਪੁੱਛ ਰਹੇ ਨੇ ਸਿੱਧ, ਅੱਗੋਂ ਫਿਰ ਸਵਾਲ ਕਰ ਰਹੇ ਨੇ। ਸੋ ਸ਼ਬਦ ਕਾ ਕਹਾਂ ਵਾਸ ਕਥੀਅਲੇ, ਜਿਤ ਤਰੀਏ ਭਵਜਲ ਸੰਸਾਰੋ। ਸੋ ਸ਼ਬਦ ਕਾ ਕਹਾਂ ਵਾਸ ਕਥੀਅਲੇ, ਜਿਤ ਤਰੀਏ ਭਵਜਲ ਸੰਸਾਰੋ। ਇਹਨੂੰ ਕਹਾਂ ਨਹੀਂ ਪੜਨਾ, ਕਹਾਂ ਪੜਨਾ ਹੈ, ਕਹਾਂ, ਤੇ ਸੋ ਨੂੰ ਵੱਖਰਾ ਕਰਨਾ ਹੈ। ਸੋ ਸ਼ਬਦ ਕਾ ਇੱਥੇ ਵਿਸ਼ਰਾਮ ਆਏਗਾ, ਕਹਾਂ ਵਾਸ ਕਥੀਅਲੇ ਇੱਥੇ ਵਿਸਰਾਮ ਲਗਾਵਾਂਗੇ, ਜਿਤ ਤਰੀਏ ਭਵਜਲ ਸੰਸਾਰੋ। ਕਿ ਜਿਸ ਸ਼ਬਦ ਦੀ ਰਾਹੀਂ ਸੰਸਾਰ ਸਮੁੰਦਰ ਤਰੀਦਾ ਹੈ, ਉਹ ਸ਼ਬਦ ਦਾ ਟਿਕਾਣਾ ਕਿੱਥੇ ਹੈ? ਉਹ ਸ਼ਬਦ ਦਾ ਟਿਕਾਣਾ ਕਿੱਥੇ ਹੈ ਜਿਹੜੇ ਸ਼ਬਦ ਰਾਹੀਂ ਸੰਸਾਰ ਸਾਗਰ ਨੂੰ ਤਰੀਦਾ ਹੈ? ਉਹ ਸ਼ਬਦ ਕਿੱਥੇ ਵਸਦਾ ਹੈ? ਉਹ ਸ਼ਬਦ ਦਾ ਟਿਕਾਣਾ ਕਿੱਥੇ ਹੈ? ਦੇਖੋ ਕਿੰਨਾ ਕੀਮਤੀ ਸਵਾਲ ਹੈ ਨਾ। ਤ੍ਰੈਸਤ ਅੰਗੁਲ ਵਾਈ ਕਹੀਏ, ਤਿਸ ਕਹੋ ਕਮਨ ਆਧਾਰੋ। ਤ੍ਰੈਸਤ ਅੰਗੁਲ ਇੱਥੇ ਵਿਸ਼ਰਾਮ ਲਗਾਵਾਂਗੇ ਥੋੜਾ, ਵਾਈ ਕਹੀਏ, ਤਿਸ ਕਹੋ ਇੱਥੇ ਥੋੜਾ ਰੁਕਾਂਗੇ, ਕਮਨ ਆਧਾਰੋ ਵਿਸ਼ਰਾਮ ਦੁਬਾਰਾ ਸੁਣ ਲਓ। ਤ੍ਰੈਸਤ ਅੰਗੁਲ ਵਾਈ ਕਹੀਏ, ਤਿਸ ਕਹੋ ਕਮਨ ਆਧਾਰੋ। ਤ੍ਰੈਸਤ ਦਾ ਮਤਲਬ ਹੈ, ਤ੍ਰੈ ਦਾ ਮਤਲਬ 3 ਤੇ 7 ਦਾ ਮਤਲਬ 7। ਇਹ ਗਿਣਤੀ ਦੇ ਅੰਕ ਨੇ 3 ਔਰ 7 ਯਾਨੀ 10। ਤ੍ਰੈਸਤ ਦਾ ਮਤਲਬ 10।
अंगुल का मतलब उंगलियां, वाई कही है, वाई का मतलब प्राण। ये जोगियां का सवाल है और ये जोगियां का ही ख्याल है। ये गुरु जी का ख्याल नहीं है, गुरु जी का मत नहीं है, ये जोगियां का ख्याल है अपना और उन्हों का एक सवाल है। जोगियां के ख्याल अनुसार जो असीं साह बाहर कढ़दे हैं ना, तो हवा जिहड़ी 10 ਉਂਗਲਾਂ के फासले तक बाहर जाती है कि उस तो बाद फिर श्वास नूं अंदर नूं खिंचदे ने। 63 अंगुल वाई का मतलब 10 ਉਂਗਲ प्रमाण का जिहड़ा प्राण है। कहो का मतलब दसो, कवन का मतलब की। ਤਾਂ ਪ੍ਰਾਣ ਭਾਵ ਸਵਾਸ ਨੂੰ 10 ਉਂਗਲ ਪ੍ਰਮਾਣ ਕਹੀਦਾ ਹੈ। ਦੱਸੋ ਇਸ ਸਵਾਸ ਦਾ ਕੀ ਅਸਰ ਹੈ। ਯਾਨੀ ਅਸੀਂ ਇਹਨੂੰ ਸਮਝਣ ਵਾਸਤੇ ਐਵੇਂ ਕਹਿ ਸਕਦੇ ਹਾਂ ਕਿ ਜੋ ਸਾਡੇ ਸਵਾਸ ਅਸੀਂ ਲੈ ਰਹੇ ਹਾਂ, ਇਹਨਾਂ ਸਵਾਸਾਂ ਦਾ ਆਸਰਾ ਕੀ ਹੈ, ਇਹਨਾਂ ਦਾ ਬੇਸ ਕੀ ਹੈ, ਪੁੱਛਿਆ ਜਾ ਰਿਹਾ ਹੈ ਕਿ ਜੋ ਪ੍ਰਾਣ ਨੇ ਇਹਨਾਂ ਨੂੰ 63 ਅੰਗੁਲਵਾਈ ਕਹਿੰਦੇ ਨੇ ਜਾਂ 10 ਉਂਗਲ ਪ੍ਰਮਾਣ ਕਹਿੰਦੇ ਨੇ ਜੋਗੀ। ਇਹਨਾਂ ਦਾ ਬੇਸ ਕੀ ਹੈ, ਇਹਨਾਂ ਪ੍ਰਾਣਾਂ ਦਾ आधार की है, इन्हां दा आसरा की है। बोले खेले अस्थिर होवे क्यों कर अलख लिखाए। बोले खेले जेड़ा मन बोलदा है, कलोल करदा है, वो सदा लई किवें अडोल हो जावे और किवें इहनूं प्रभु दिसे जिहदा कोई चिन्ह चक्कर नहीं। अलख दा मतलब जो दिसता नहीं, जिहदा कोई चिन्ह चक्कर नहीं, जिहदा रूप रेख रंग आकार नहीं है। लिखाए का मतलब वो इनू किवें दिसे, किवें देख सके। तां मन जिहड़ा बोलदा है, खेलदा है, ये किस तरह स्थिर हो जाए ते अदृष्ट स्वामी जिहड़ा इन्हां अखां दे नाल दिसता नहीं है, वो किवें दिसे। इन्हां सवालां दा आपने ख्याल रखना है। सुन स्वामी सच नानक प्रणवै अपने मन समझाए। इनू पढ़न वे नहीं पढ़ना, पप्पे दे पैर थले अद्धा रारा है, इसका उच्चारण होगा प्र करके प्र। सुन स्वामी सच नानक प्रणवै अपने मन समझाए। सुन स्वामी का मतलब सुन के, मन समझाए का मतलब अपने मन नू समझाए। तां पहलियां 4 तुकां दे विच जोगियां दा प्रश्न है और 5ਵੀਂ ਤੋਂ ਅੱਗੇ ਜਿਹੜਾ ਹੈ ਉੱਤਰ ਜਿਹੜਾ ਸ਼ੁਰੂ ਹੋ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਤੂੰ ਸਰਵਣ ਕਰਕੇ ਹੀ ਜੋਗੀ ਸੱਚੀ ਬਿਨੇ ਕਰਦਾ ਹੈ ਕਿ ਤੂੰ ਆਪਣੇ ਮਨ ਨੂੰ ਇਸ ਤਰ੍ਹਾਂ ਕਿਵੇਂ ਸਿੱਖਮਤ ਦੇ ਸਕਦਾ ਹੈ, ਆਪਣੇ ਮਨ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ, ਕਿਵੇਂ ਇਹਨੂੰ ਸੁਮੱਤੇ ਲਾਇਆ ਜਾ ਸਕਦਾ ਹੈ। ਸੱਚੇ ਪ੍ਰਭੂ ਦੀ ਗੱਲ ਸੁਣ ਕੇ ਮਨੁੱਖ ਆਪਣੇ ਮਨ ਨੂੰ ਕਿਵੇਂ ਸਮਝਾਵੇ, ਕਿਵੇਂ ਸੁਮੱਤੇ ਲਾਏ, ਕਿਉਂਕਿ ਗੱਲਾਂ ਤੇ ਅਸੀਂ ਸੁਣ ਲੈਂਦੇ ਹਾਂ लेकिन मन समझदा नहीं ना, मन मनदा नहीं, मन इस पासे लगदा नहीं। किन्ना देखो प्रचार हो रहा है, हर धर्म का प्रचारक जां किन्ने सारे लोग जां असीं खुद भी ये गल कह रहे हैं कि सानू प्रेम नाल रहना चाहिए, ठगियां नहीं मारनियां चाहिए, सच बोलना चाहिए, किन्ना कुछ असीं कहिंदे सुनदे हां। लेकिन जो कहन सुनन वाले ने ठगियां ठोरियां बेईमानियां लड़ाई झगड़े वो ही करी जा रहे हैं, सारे कही भी जा रहे हैं, सारे करी भी जा रहे हैं। मन समझदा नहीं तो इस मन नूं किवें समझाया जाए, इस सवाल रखा गया है। हुण अगे गुरु पातशाह जी उत्तर दे रहे हैं। गुरमुख शब्दे सच लिव लागै कर नदरी मेल मिलाए। गुरमुख का मतलब गुरु के हुक्म विच तुरन वाला मनुख। शब्दे का मतलब शब्द दी राही, शब्द का मतलब उपदेश, गुरु की विचारधारा फिलोसफी जो है। शब्द दी राही सच दे चच्चे नाल सिहारी है, जिसका मतलब सच विच लिव लागे है। लिव का मतलब इत्थे समाधि नहीं है, लिव का मतलब है लगन, लिव का मतलब लगन। तां गुरु जी कहंदे ने जो मनुख गुरु के हुक्म विच तुरदा है ਉਹਦੀ ਸੱਚ ਦੇ ਅੰਦਰ ਲਗਨ ਲੱਗ ਜਾਂਦੀ ਹੈ ਤੇ ਉਹਦੇ ਤੇ ਪ੍ਰਭੂ ਦੀ ਮਿਹਰ ਹੁੰਦੀ ਹੈ, ਉਹਨੂੰ ਰੱਬ ਆਪਣੇ ਨਾਲ ਆਪ ਮਿਲਾ ਲੈਂਦਾ ਹੈ। ਕਰ ਨਦਰੀ ਮੇਲ ਮਿਲਾਏ, ਮੇਲ ਦਾ ਮਤਲਬ ਮੇਲ ਵਿੱਚ, ਮਿਲਾਏ ਦਾ ਮਤਲਬ ਮਿਲਾ ਲੈਂਦਾ ਹੈ। ਤਾਂ ਕਿਵੇਂ ਰੱਬ ਦੇ ਵਿੱਚ ਮਿਲ ਜਾਂਦਾ ਹੈ?
ਗੁਰੂ ਦੇ ਸ਼ਬਦ ਰਾਹੀਂ, ਉਪਦੇਸ਼ ਰਾਹੀਂ ਸੱਚ ਦੇ ਅੰਦਰ ਲਗਨ ਲੱਗ ਜਾਏ, ਸੱਚ ਦੇ ਅੰਦਰ ਲਗਨ ਲੱਗੇ, ਪਿਆਰ ਪਵੇ। ਤਾਂ ਮੇਨ ਜਿਹੜੀ ਗੱਲ ਹੈ, ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ, ਗੁਰੂ ਦੇ ਗਿਆਨ ਰਾਹੀਂ ਅਸਲੀਅਤ ਦੀ, ਸੱਚ ਦੀ ਸਮਝ ਆਏਗੀ ਤੇ ਉਸ ਸੱਚ ਦੇ ਅੰਦਰ ਫਿਰ ਬੰਦਾ ਲਗਨ ਲਾਵੇ, ਸੱਚ ਬੋਲੇ, ਸੱਚ ਸੁਣੇ, ਸੱਚ ਵੇਖੇ, ਸੱਚ ਕਮਾਏ, ਸੱਚ ਦਾ ਸੰਗ੍ਰਹਿਣ ਕਰੇ, ਸੱਚੀ ਜ਼ਿੰਦਗੀ ਜੀਵੇ। ਤਾਂ ਜਿਹੜਾ ਫਿਰ ਸੱਚ ਦੇ ਨਾਲ ਲਗਨ ਲਾ ਲੈਂਦਾ, ਰੱਬ ਉਹਨੂੰ ਆਪ ਆਪਣੇ ਨਾਲ ਮਿਲਾ ਲੈਂਦਾ। ਇਸ ਲਈ ਰੱਬ ਦੇ ਵਿੱਚ ਮਿਲਣ ਦੀ ਸਾਡੀ ਪ੍ਰੋਬਲਮ ਨਹੀਂ ਹੈ, ਰੱਬ ਤੇ ਆਪ ਮਿਲਾ ਲਏਗਾ ਸਾਨੂੰ। ਸਾਡੀ ਪ੍ਰੋਬਲਮ ਹੈ ਕਿ ਅਸੀਂ ਸੱਚ ਦੇ ਵਿੱਚ ਲਗਨ ਕਿਵੇਂ ਲਾਣੀ ਹੈ, ਮਨ ਬਚਨ ਕਰਮ ਕਰਕੇ ਸੱਚੇ ਕਿਵੇਂ ਹੋਣਾ ਹੈ, ਆਪਣੀ ਜ਼ਿੰਦਗੀ ਨੂੰ ਸੱਚੀ ਸੁੱਚੀ ਕਿਵੇਂ ਬਣਾਉਣਾ ਹੈ, ਸੋਚ ਦੇ ਅੰਦਰੋਂ ਵਿਕਾਰਾਂ ਨੂੰ ਕਿਵੇਂ ਕੱਢਣਾ ਹੈ, ਸੋਚ ਦੇ ਅੰਦਰ ਸੱਚ ਨੂੰ ਕਿਵੇਂ ਲਾਣਾ ਹੈ। ਤੇ ਉਹਦਾ ਬੇਸ ਹੈ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼, ਗਿਆਨ, ਗੁਰੂ ਦੀ ਅਗਵਾਈ ਦੇ ਅੰਦਰ ਚੱਲਣਾ ਹੈ, ਗੁਰਬਾਣੀ ਅਨੁਸਾਰ ਜੀਵਨ ਜੀਣਾ ਹੈ। ਜੇ ਸੌਖੇ ਸ਼ਬਦਾਂ ਚ ਅਸੀਂ ਕਹੀਏ, ਆਪੇ ਦਾਨਾ ਆਪੇ ਬੀਨਾ ਪੂਰੇ ਭਾਗ ਸਮਾਏ। ਸਮਾਏ ਦਾ ਮਤਲਬ ਟਿਕਿਆ ਰਹਿੰਦਾ ਹੈ ਰੱਬ ਦੇ ਵਿੱਚ। ਤਾਂ ਗੁਰੂ ਜੀ ਕਹਿੰਦੇ ਨੇ ਉਹਦੇ ਦਿਲ ਦੀ ਰੱਬ ਆਪ ਹੀ ਜਾਣਦਾ। ਦਾਨਾ ਦਾ ਮਤਲਬ ਸਿਆਣਾ, ਬੀਨਾ ਦਾ ਮਤਲਬ ਬੀਨਾ ਵੇਖਣ ਵਾਲਾ, ਦਾਨਾ ਦਾ ਮਤਲਬ ਜਾਣਨ ਵਾਲਾ, ਬੀਨਾ ਦਾ ਮਤਲਬ ਵੇਖਣ ਵਾਲਾ। ਪ੍ਰਭੂ ਅੰਤਰਜਾਮੀ ਹੈ, ਉਹ ਹਰ ਇੱਕ ਦੇ ਅੰਦਰ ਦੀ ਗੱਲ ਨੂੰ ਜਾਣਦਾ ਹੈ ਔਰ ਹਰ ਇੱਕ ਦੇ ਕਰਮ ਨੂੰ ਵੇਖਦਾ ਹੈ। ਦੇਖੋ ਸਾਡਾ ਆਪਣਾ ਆਪਾ, ਕਿਉਂਕਿ ਮਨ ਤੋਂ ਜੋਤ ਸਰੂਪ ਹੈ। ਹੁਣ ਮੈਂ ਆਪਣਾ ਕੋਈ ਵੀ ਝੂਠ ਆਪਣੇ ਆਪ ਤੋਂ ਨਹੀਂ ਛੁਪਾ ਸਕਦਾ। ਆਪਣਾ ਕੋਈ ਝੂਠ ਆਪਣੇ ਆਪ ਤੋਂ ਮੈਂ ਕਿਵੇਂ ਛੁਪਾਵਾਂ, ਕਿਉਂਕਿ ਮੈਨੂੰ ਤੇ ਪਤਾ ਹੈ ਨਾ ਕਿ ਮੈਂ ਝੂਠ ਬੋਲ ਰਿਹਾ। ਤੇ ਜਿਹੜਾ ਮੈਂ ਕਰਮ ਕਰ ਰਿਹਾ ਹਾਂ ਉਹਨੂੰ ਮੇਰੀਆਂ ਅੱਖਾਂ ਤਾਂ ਵੇਖ ਰਹੀਆਂ ਨੇ ਨਾ, ਮੇਰੇ ਅੰਦਰਲਾ ਤਾਂ ਵੇਖ ਰਿਹਾ ਹੈ ਨਾ। ਜੋ ਵੀ ਮੈਂ ਚੰਗਾ ਜਾਂ ਮਾੜਾ ਕਰ ਰਿਹਾ, ਮੈਂ ਆਪਣੇ ਆਪ ਤੋਂ ਕਿਵੇਂ ਛੁਪਾਵਾਂ। ਇਸ ਲਈ ਗੁਰੂ ਜੀ ਕਹਿੰਦੇ ਨੇ ਪ੍ਰਭੂ ਆਪ ਹੀ ਵੇਖਣ ਵਾਲਾ ਹੈ, ਆਪ ਹੀ ਜਾਣਨ ਵਾਲਾ ਹੈ। ਗੁਰੂ ਦੇ ਦੱਸੇ ਜੋ ਰਾਹ ਦੇ ਵਿੱਚ ਤੁਰਦਾ ਹੈ ਨਾ ਬੰਦਾ, ਪੂਰੇ ਭਾਗ ਦਾ ਮਤਲਬ ਇੱਥੇ ਹੈ ਉਦਮ। ਉਹ ਉਦਮ ਦੇ ਨਾਲ ਰੱਬ ਦੇ ਅੰਦਰ ਸਮਾਇਆ ਰਹਿੰਦਾ ਹੈ। ਸਾਨੂੰ ਉਦਮ ਤਾਂ ਕਰਨਾ ਪਵੇਗਾ, ਯਤਨ ਤਾਂ ਕਰਨਾ ਪਵੇਗਾ ਨਾ, ਕਿਉਂਕਿ ਬਿਨਾਂ ਯਤਨ ਤੋਂ, ਬਿਨਾਂ ਉਦਮ ਤੋਂ ਇਸ ਦੁਨੀਆ ਵਿੱਚ ਇਨਸਾਨ ਨੂੰ ਕੁਝ ਵੀ ਨਹੀਂ ਮਿਲਦਾ ਹੈ। ਅਸੀਂ ਜੇ ਆਪਣੇ ਜੀਵਨ ਨੂੰ ਚਲਾ ਰਹੇ ਹਾਂ ਤੇ ਉਦਮ ਤਾਂ ਕਰਨਾ ਹੀ ਪਵੇਗਾ। ਸਵੇਰੇ ਉੱਠਣਾ, ਇਸ਼ਨਾਨ ਪਾਨ ਕਰਨਾ ਜਾਂ ਕਸਰਤ ਵਗੈਰਾ ਕਰਨੀ, ਆਪਣੇ ਕੰਮ ਦੇ ਉੱਤੇ ਜਾਣਾ ਜਾਂ ਪੜ੍ਹਾਈ ਲਿਖਾਈ ਜੋ ਵੀ ਹੈ, ਜਿੰਨਾ ਵੀ ਕੋਈ ਉਦਮ ਕਰੇਗਾ ਓਨਾ ਹੀ ਉਹਨੂੰ ਮਿਲੇਗਾ। ਤੇ ਜੇ ਕੋਈ ਬੰਦਾ ਝੂਠ ਵਿਕਾਰ ਵੱਲ ਉਦਮ ਕਰਦਾ ਹੈ ਤਾਂ ਉਹ ਵਿਕਾਰੀ ਹੋ ਜਾਂਦਾ ਹੈ। ਤੇ ਜੇ ਓਨਾ ਹੀ ਉਦਮ ਅਸੀਂ ਸੱਚ ਵੱਲ ਕਰੀਏ, ਪ੍ਰੇਮ ਵੱਲ ਕਰੀਏ, ਤਾਂ ਸਾਡੇ ਜੀਵਨ ਦੇ ਅੰਦਰ ਇਹ ਗੁਣ ਵੀ ਆ ਜਾਣਗੇ। ਤਾਂ ਪੂਰੇ ਭਾਗਾਂ ਰਾਹੀਂ ਜਿਹੜਾ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਇਨਸਾਨ ਹੈ, ਉਹ ਪ੍ਰਭੂ ਦੇ ਅੰਦਰ ਸਦਾ ਲਈ ਸਮਾਇਆ ਰਹਿੰਦਾ ਹੈ। ਹੁਣ ਗੁਰੂ ਜੀ ਤੋਂ ਸਵਾਲ ਪੁੱਛਿਆ ਸੀ ਨਾ, ਸੋ ਸ਼ਬਦ ਕਾ ਕਹਾਂ ਵਾਸ ਖੇਲੇ, ਕਿ ਉਹ ਸ਼ਬਦ ਜਿਸ ਤਰ੍ਹਾਂ ਹੀ ਸੰਸਾਰ ਸਾਗਰ ਤੋਂ ਤਰਿਆ ਜਾਂਦਾ ਹੈ, ਉਹਦਾ ਵਾਸਾ ਕਿੱਥੇ ਹੈ। ਤਾਂ ਗੁਰੂ ਜੀ ਉਹਦਾ ਉੱਤਰ ਦੇ ਰਹੇ ਨੇ, ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਜਹ ਦੇਖਾਂ ਤਹ ਸੋਈ। ਸੋ ਸ਼ਬਦ ਦਾ ਮਤਲਬ ਉਹ ਸ਼ਬਦ। ਹੁਣ ਦੇਖੋ ਜੋਗੀ ਜਿਹੜੇ ਨੇ ਨਾ, ਉਹ ਇੱਕ ਸ਼ਬਦ ਸੁਣਨਾ ਚਾਹੁੰਦੇ ਨੇ ਦਸਮ ਦੁਆਰ ਵਿੱਚ। ਇੱਥੇ ਉਸ ਸ਼ਬਦ ਦੀ ਗੱਲ ਨਹੀਂ ਹੈ, ਕਿਉਂਕਿ ਜਿਸ ਨੂੰ ਜੋਗੀ ਦਸਮ ਦੁਆਰ ਮੰਨਦੇ ਨੇ ਉਹ ਦਸਮ ਦੁਆਰ ਅੰਦਰ ਹੈ ਨਹੀਂ। ਦਸਮ ਦੁਆਰ ਦਾ ਮੀਨਿੰਗ ਹੈ ਦਿਮਾਗ, ਬ੍ਰੇਨ। ਭਾਈ ਸਾਹਿਬ ਸਿੰਘ ਜੀ ਵੀ ਦਸਮ ਦੁਆਰ ਦਾ ਅਰਥ ਬ੍ਰੇਨ ਕਰ ਰਹੇ ਨੇ, ਭਾਈ ਕਾਨ ਸਿੰਘ ਨਾਭਾ ਵੀ, ਔਰ ਹੈ ਵੀ ਦਿਮਾਗ ਹੀ ਹੈ, ਕਿਉਂਕਿ ਗੁਰਬਾਣੀ ਦੇ ਅੰਦਰ ਦਸਮ ਦੁਆਰ ਸ਼ਬਦ ਜਿਹੜਾ ਹੈ ਦਿਮਾਗ ਵਾਸਤੇ ਵਰਤਿਆ ਗਿਆ ਹੈ। ਇੱਥੇ ਸ਼ਬਦ ਜਿਹੜਾ ਹੈ ਉਹ ਸ਼ਬਦ ਦੀ ਗੱਲ ਨਹੀਂ ਕਿ ਜਿਹੜੀ ਅੰਦਰ ਲੋਕ ਟੂੰ ਟੂੰ ਸੁਣਦੇ ਨੇ। ਇਹ ਜਿਹੜੇ ਨੇ ਆਮ ਕਰਕੇ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਲਿਖਿਆ ਹੈ ਕਿ ਉਹ ਕਈ ਵਾਰੀ ਕੰਨਾਂ ਦੀ ਖੁਸ਼ਕੀ ਕਰਕੇ ਵੀ ਸ਼ਾਂ ਸ਼ਾਂ ਦੀ ਆਵਾਜ਼ ਆਉਂਦੀ ਹੈ ਨਾ, ਤੇ ਉਹਨੂੰ ਲੋਕ ਸਮਝ ਲੈਂਦੇ ਨੇ ਕਿ ਦਸਮ ਦੁਆਰ ਦੇ ਵਿੱਚ ਆਵਾਜ਼ ਆ ਰਹੀ ਹੈ। ਕਈਆਂ ਲੋਕਾਂ ਦੇ ਅੰਦਰ ਨਾ ਬਿਮਾਰੀ ਲੱਗ ਜਾਂਦੀ ਹੈ, ਇੱਕ ਬਿਮਾਰੀ ਹੈ ਕਿ ਅੰਦਰ ਕੰਨਾਂ ਦੇ ਟੂੰ ਟੂੰ ਦੀ ਆਵਾਜ਼ ਆਉਂਦੀ ਹੈ, ਕਿਤੇ ਸੋਜਨ ਹੋਣ ਕਰਕੇ ਜਾਂ ਕਿਸੇ ਕਾਰਨ ਕਰਕੇ, ਔਰ ਕਈ ਲੋਕਾਂ ਨੂੰ ਹੋ ਜਾਂਦੀ ਹੈ। ਤੇ ਇਹਦਾ ਇਲਾਜ ਜਿਹੜਾ ਹੈ ਕਾਫੀ ਔਖਾ ਹੈ, ਬਹੁਤ ਮੁਸ਼ਕਲ ਜਿਹਾ ਹੁੰਦਾ ਹੈ ਇਲਾਜ ਇਹਦਾ। ਤੇ ਰੱਬ ਕਰੇ ਵੀ ਇਹੋ ਜਿਹੀ ਬਿਮਾਰੀ ਕਿਸੇ ਨੂੰ ਨਾ ਲੱਗੇ।
ਹੁਣ ਟੂ ਟੂ ਦੀ ਆਵਾਜ਼ ਅੰਦਰ ਆਉਣੀ, ਇੱਥੇ ਉਹਦੀ ਗੱਲ ਨਹੀਂ ਹੈ। ਮੰਨ ਲਓ 2 ਮਿੰਟ ਵਾਸਤੇ, ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ ਕਿ ਜੇ 5 7 10 ਸਾਲ ਸਮਾਧੀ ਲਾ ਕੇ ਧਿਆਨ ਜੋੜ ਕੇ ਮੈਡੀਟੇਸ਼ਨ ਕਰ ਕਰਕੇ ਸਪੋਜ਼, ਮੈਂ ਸਪੋਜ਼ ਸ਼ਬਦ ਵਰਤ ਰਿਹਾ, ਸਪੋਜ਼ ਕਿ ਕਿਸੇ ਦੇ ਅੰਦਰ ਬੰਸਰੀ ਦੀ ਆਵਾਜ਼ ਆਉਣ ਵੀ ਲੱਗ ਜਾਏ, ਸਪੋਜ਼ ਆਏਗੀ ਨਹੀਂ ਲੇਕਿਨ ਸਪੋਜ਼ ਮੰਨ ਲਓ, ਤਾਂ ਫਿਰ 10 ਸਾਲ ਐਵੇਂ ਸਮਾਂ ਵਿਅਰਥ ਗਵਾਇਆ ਨਾ। ਬੰਸਰੀ ਦੀ ਆਵਾਜ਼ ਨਾਲ ਕੀ ਹੋ ਜਾਏਗਾ? ਉਹ ਹੀ 10 ਸਾਲ ਬੰਦਾ ਕਿਰਤ ਕਰਦਾ, ਕੋਈ ਓਵਰ ਟਾਈਮ ਲਾਉਂਦਾ, 4 ਪੈਸੇ ਕਮਾਉਂਦਾ, ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਚੰਗਾ, ਕਿਸੇ ਹੋਰ ਦੀ ਹੈਲਪ ਕਰ ਦਿੰਦਾ, ਬਾਕੀ ਰਹੀ ਬੰਸਰੀ ਦੀ ਗੱਲ, 2 ਪਾਉਂਡ ਦੀ ਬੰਸਰੀ ਬਾਜ਼ਾਰੋਂ ਲਿਆ ਕੇ ਵਜਾ ਲੈਂਦਾ। ਜਾਂ ਬੰਸਰੀ ਵਾਦਨ ਦਾ ਮਿਊਜ਼ਿਕ ਹੈਗਾ YouTube ਦੇ ਉੱਤੇ, ਇੱਕ ਤੋਂ ਇੱਕ ਕਮਾਲ ਦੇ ਬੰਦੇ ਪਏ ਨੇ ਬੰਸਰੀ ਵਜਾਉਣ ਵਾਲੇ, ਸੁਣ ਲੈਂਦਾ। ਮੰਨ ਲਓ ਕਿਸੇ ਦੇ ਅੰਦਰ ਉਹ ਲਾਈਟ ਆ ਹੀ ਗਈ, ਸਪੋਜ਼ ਕਿ ਕੁਝ ਛੋਟਾ ਮੋਟਾ ਅੰਦਰ ਚਾਨਣੇ ਦਾ ਮਹਿਸੂਸ ਹੋ ਵੀ ਗਿਆ ਕਿਸੇ ਨੂੰ, ਤਾਂ 10 ਸਾਲ ਬਰਬਾਦ ਕਰਨ ਵਾਲੀ ਗੱਲ ਹੈ ਨਾ। 2 ਪਾਉਂਡ ਦਾ 100 ਵਾਟ ਦਾ ਲਾਟੂ ਲਿਆਈਏ, 200 ਵਾਟ ਦਾ ਕਮਰਾ ਪਾਟਣ ਵਾਲਾ ਕਰ ਦਿੰਦਾ। ਬਲਬ ਲਿਆ ਕੇ ਜਗਾ ਲਓ, ਸੂਰਜ ਦਾ ਚਾਨਣਾ ਹੈਗਾ, ਲਾਈਟ ਹੈਗੀ ਹੈ। ਇਹਨਾਂ ਲਾਈਟਾਂ ਤੋਂ ਉਹ ਬਾਹਰ ਹੈ। ਜੇ ਕੇਵਲ ਪ੍ਰਕਾਸ਼ ਵਿੱਚ ਰਾਬੇ ਤੇ ਹਨੇਰੇ ਵਿੱਚ ਕੌਣ ਹੁੰਦਾ? ਇਸ ਲਈ ਰਾਗੈ ਨਾਦੈ ਬਾਹਰ ਆਏ ਨਹੀਂ ਹੁਕਮ ਨਾ ਬੂਝਿਆ ਜਾਏ, ਇੱਥੇ ਉਹ ਸ਼ਬਦ ਦੀ ਗੱਲ ਨਹੀਂ ਹੈ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਇੱਥੇ ਸ਼ਬਦ ਦਾ ਮਤਲਬ ਹੈ ਹੁਕਮ। ਜਿਸ ਸ਼ਬਦ ਰਾਹੀਂ ਸੰਸਾਰ ਨੂੰ ਤਰਿਆ ਜਾਂਦਾ ਹੈ, ਉਹ ਸ਼ਬਦ, ਉਹ ਹੁਕਮ ਹਰ ਥਾਂ ਦੇ ਉੱਤੇ ਨਿਰੰਤਰ ਉਹਦਾ ਵਾਸ ਹੈ, ਲਗਾਤਾਰ। ਕੋਈ ਐਸੀ ਥਾਂ ਨਹੀਂ ਜਿੱਥੇ ਹੁਕਮ ਨਾ ਹੋਵੇ। ਜਿਸ ਰਾਹੀਂ ਸੰਸਾਰ ਸਾਗਰ ਤੋਂ ਤਰਿਆ ਜਾਂਦਾ ਹੈ, ਜਿਸ ਰਾਹੀਂ ਸੰਸਾਰ ਹੋਂਦ ਵਿੱਚ ਆਉਂਦਾ ਹੈ, ਜਿਸ ਰਾਹੀਂ ਸੰਸਾਰ ਦੀ ਲੈਤਾ ਪਾਲਣਾ ਹੁੰਦੀ ਹੈ, ਉਹ ਸ਼ਬਦ ਦਾ ਮਤਲਬ ਹੁਕਮ ਹਰ ਥਾਂ ਤੇ ਵਿਆਪਕ ਹੈ। ਹੁਕਮ ਰਜਾ ਜਾਂ ਭਾਣਾ, ਇਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਸਿਸਟਮ, ਹੁਣ ਇਹ ਦੱਸੋ ਕਿ ਸਿਸਟਮ ਕਿਹੜੀ ਜਗ੍ਹਾ ਨਹੀਂ ਹੈ? ਹਰ ਥਾਂ ਤੇ ਹੈ। ਜਿੱਥੇ ਮਰਜ਼ੀ ਚੰਗੇ ਸਿਸਟਮ ਨੂੰ ਫੋਲੋ ਕਰ ਲਓ। ਜੋ ਰਜਾ ਭਾਣਾ ਹੈ, ਕਿਹੜੀ ਜਗ੍ਹਾ ਦੇ ਉੱਤੇ ਅਸੀਂ ਨਹੀਂ ਰਹਿ ਸਕਦੇ? ਗੁਰਬਾਣੀ ਵਾਲੀ ਜ਼ਿੰਦਗੀ ਅਸੀਂ ਕਿੱਥੇ ਨਹੀਂ ਜੀ ਸਕਦੇ? ਕਿ ਇੰਡੀਆ ਵਿੱਚ ਨਹੀਂ ਜੀ ਸਕਦੇ? ਜਾਂ ਅਮਰੀਕਾ, ਪਾਕਿਸਤਾਨ, ਕੈਨੇਡਾ, ਅਮਰੀਕਾ ਵਿੱਚ ਨਹੀਂ ਜੀ ਸਕਦੇ? ਜੀ ਸਕਦੇ ਹਾਂ ਕਿਤੇ ਵੀ। ਸੱਚ ਅਸੀਂ ਕਿਹੜੀ ਜਗ੍ਹਾ ਨਹੀਂ ਬੋਲ ਸਕਦੇ? ਸੱਚ ਕਿਹੜੀ ਜਗ੍ਹਾ ਨਹੀਂ ਹੈ? ਦਇਆ ਕਿੱਥੇ ਨਹੀਂ ਹੈ? ਪ੍ਰੇਮ ਕਿੱਥੇ ਨਹੀਂ ਹੈ? ਤਾਂ ਉਹ ਸਿਸਟਮ, ਜਿਹੜਾ ਹੁਕਮ ਹੈ, ਉਹ ਤਾਂ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਉਹ ਕੋਈ ਦਸਮ ਦੁਆਰ ਦੇ ਵਿੱਚ ਥੋੜੀ ਕੈਦ ਹੋਇਆ ਪਿਆ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਇੱਥੇ ਸ਼ਬਦ ਦਾ ਇੱਥੇ ਮੀਨਿੰਗ ਹੈ ਹੁਕਮ। ਜਹ ਦੇਖਾਂ ਤਹ ਸੋਈ, ਤੇ ਜਿਹੜਾ ਉਸ ਹੁਕਮ ਨੂੰ ਸਮਝ ਲੈਂਦਾ ਨਾ, ਉਹਨੂੰ ਫਿਰ ਜਿੱਧਰ ਵੇਖਦਾ ਹਾਂ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿੱਧਰ ਵੀ ਮੈਂ ਵੇਖਦਾ ਉਧਰ ਰੱਬ ਹੀ ਰੱਬ ਨਜ਼ਰੀ ਪੈਂਦਾ ਹੈ। ਉਧਰ ਰੱਬ ਦਾ ਹੁਕਮ ਹੀ ਹੁਕਮ ਨਜ਼ਰੀ ਪੈਂਦਾ ਹੈ। ਉਹਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਔਰ ਜਿੱਧਰ ਮੈਂ ਤੱਕਦਾ ਹਾਂ ਉਧਰ ਰੱਬ ਹੀ ਰੱਬ ਦਿਸਦਾ ਹੈ। ਰੱਬ ਤੋਂ ਬਿਨਾ ਕੋਈ ਵੀ ਨਹੀਂ ਹੈ ਹੀ ਨਹੀਂ। ਤੁਧ ਬਿਨ ਦੂਜਾ ਨਾ ਹੀ ਕੋਈ, ਤੇਰੇ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ। ਸਭ ਮੈਂ ਜੋਤ ਜੋਤ ਹੈ ਸੋਏ, ਜਾਂ ਅਵਲ ਅੱਲਾ ਨੂਰ ਪਾਇਆ। ਕਿੰਨੇ ਸਾਰੇ ਪ੍ਰਮਾਣ ਨੇ ਸਰਵ ਵਿਆਪਕਤਾ ਦੇ। ਵਿੱਚ ਸੰਸਾਰ ਤੂੰ ਦੇਖਦੇ, ਜੋ ਦਿਸੈ ਸੋ ਤੇਰਾ ਰੂਪ, ਜੋ ਦਿਸਦਾ ਹੈ ਉਹ ਤੇਰਾ ਹੀ ਤੇ ਰੂਪ ਹੈ। ਤਾਂ ਉਹ ਹੁਕਮ ਹੈ, ਸ਼ਬਦ, ਹੁਕਮ, ਸਿਸਟਮ, ਲਗਾਤਾਰ ਉਹਦਾ ਵਾਸ ਹੈ। ਹੁਕਮ ਦੇ ਅੰਦਰ ਰਹਿ ਕੇ ਤਰਿਆ ਜਾ ਸਕਦਾ ਹੈ। ਸਿਸਟਮ ਹੈ ਨਾ ਜ਼ਿੰਦਗੀ ਜੀਣ ਦਾ। ਸੱਚ ਦੇ ਰਾਹ ਦਾ ਇੱਕ ਸਿਸਟਮ ਹੈ, ਝੂਠ ਦੇ ਰਾਹ ਦਾ ਆਪਣਾ ਇੱਕ ਸਿਸਟਮ ਹੈ। ਇਸ ਲਈ ਸਿਸਟਮ ਦੇ ਅੰਦਰ ਰਹਿ ਕੇ, ਸੱਚ ਹੁਕਮ ਦੇ ਅੰਦਰ ਰਹਿ ਕੇ, ਗੁਰੂ ਦੇ ਗਿਆਨ ਦੇ ਅੰਦਰ ਜ਼ਿੰਦਗੀ ਜੀ ਕੇ ਤੇ ਇਸ ਸੰਸਾਰ ਦੇ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਫਿਰ ਜਦੋਂ ਕੋਈ ਹੁਕਮ ਦੀ ਪਹਿਚਾਨ ਕਰਦਾ ਹੈ, ਹੁਕਮ ਦੇ ਅੰਦਰ ਚੱਲਦਾ ਹੈ, ਤਾਂ ਉਹ ਜਿੱਧਰ ਵੇਖਦਾ ਹੈ ਰੱਬ ਹੀ ਰੱਬ ਨਜ਼ਰੀ ਪੈਂਦਾ ਹੈ। ਪਵਨ ਕਾ ਵਾਸਾ ਸੋਨ ਨਿਵਾਸਾ, ਅਕਲ ਕਲਾ ਧਰ ਸੋਈ। ਪਵਨ ਦਾ ਮਤਲਬ ਗੁਰੂ ਦਾ ਸ਼ਬਦ। ਪਵਨ ਕਾ ਵਾਸਾ ਸੋਨ ਨਿਵਾਸਾ, ਸੋਨ ਦਾ ਮਤਲਬ ਜੋ ਪ੍ਰਭੂ ਹੈ। ਪਵਨ ਸ਼ਬਦ, ਗੁਰੂ ਸ਼ਬਦ, ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ। 63 ਅੰਗੁਲਵਾਈ ਦਾ ਉੱਤਰ ਦੇ ਰਹੇ ਨੇ ਕਿ ਉਹਦਾ ਵਾਸਾ ਕਿੱਥੇ ਹੈ। ਸੋ ਇੱਥੇ ਪਵਨ ਦਾ ਅਰਥ ਵਾਈ ਜਾਂ ਹਵਾ ਨਹੀਂ ਹੈ। ਇੱਥੇ ਪਵਨ ਦਾ ਅਰਥ ਹੈਗਾ ਜਿਹੜਾ ਗੁਰ ਸ਼ਬਦ ਹੈ ਜਾਂ ਪ੍ਰਭੂ ਦੀ ਸਿਫਤ ਸਲਾਹ ਹੈ। ਅਕਲ ਦਾ ਮਤਲਬ ਜਿਸ ਤੇ ਟੋਟੇ ਨਹੀਂ ਕੀਤੇ ਜਾ ਸਕਦੇ। ਅਕਲ ਕਲਾ ਦਾ ਮਤਲਬ ਉਸ ਪ੍ਰਭੂ ਦੀ ਜੋ ਸੱਤਿਆ ਹੈ। ਅਕਲ ਕਲਾ ਦਾ ਮਤਲਬ, ਅਕਲ ਦਾ ਮਤਲਬ ਜਿਸ ਦੇ ਟੋਟੇ ਨਹੀਂ ਹੋ ਸਕਦੇ, ਪੂਰਨ ਪਾਰ ਬ੍ਰਹਮ।
ਕਲਾਧਰ ਦਾ ਮਤਲਬ ਸੱਤਾ ਧਾਰਨ ਕਰਨ ਵਾਲਾ। ਤਾਂ ਜਿਵੇਂ ਅਫੁਰ ਪ੍ਰਭੂ ਦਾ ਵਾਸ ਹਰ ਥਾਂ ਹੈ ਨਾ, ਸੁਨ ਨਿਵਾਸਾ, ਇੱਥੇ ਸੁਨ ਦਾ ਮਤਲਬ ਹੈ ਪ੍ਰਭੂ। ਜਿਹੜਾ ਅਫੁਰ ਹੈ ਉਹ ਹਰ ਥਾਂ ਤੇ ਹੈ। ਇਸੇ ਤਰ੍ਹਾਂ ਪਵਨ ਕਾ ਵਾਸਾ ਦਾ ਮਤਲਬ ਸ਼ਬਦ ਦਾ ਵਾਸ ਵੀ ਹਰ ਥਾਂ ਤੇ ਹੈ। ਤੇ ਸ਼ਬਦ ਉਹੀ ਹੈ ਜੋ ਸੰਪੂਰਨ ਸੱਤਿਆਧਾਰੀ ਪ੍ਰਭੂ ਹੈ। ਭਾਵ ਪ੍ਰਭੂ ਤੇ ਪ੍ਰਭੂ ਦੀ ਸਿਫਤ ਜਾਂ ਪ੍ਰਭੂ ਦਾ ਹੁਕਮ ਇੱਕੋ ਹੀ ਨੇ। ਇਸ ਲਈ ਜਿਵੇਂ ਅਫੁਰ ਪ੍ਰਭੂ ਦਾ ਵਾਸ ਹਰ ਥਾਂ ਹੈ, ਤਿਵੇਂ ਸ਼ਬਦ ਦਾ ਵਾਸ ਵੀ ਹਰ ਥਾਂ ਹੈ। ਪ੍ਰਭੂ ਦੀ ਸਿਫਤ ਸਲਾਹ ਦਾ ਵਾਸ ਵੀ ਹਰ ਥਾਂ ਹੈ। ਉਹਦੇ ਹੁਕਮ ਦਾ ਵਾਸ ਵੀ ਹਰ ਥਾਂ ਹੈ। ਪ੍ਰਭੂ ਔਰ ਪ੍ਰਭੂ ਦੀ ਸਿਫਤ ਇਹ ਦੋਵੇਂ ਵੱਖਰੇ ਨਹੀਂ ਹਨ, ਇਹ ਦੋਵੇਂ ਇੱਕ ਹੀ ਨੇ। ਭਾਵ ਹਰ ਥਾਂ ਦੇ ਉੱਤੇ ਇਹਨਾਂ ਦਾ ਵਾਸ ਹੈ। ਨਦਰ ਕਰੇ ਸ਼ਬਦ ਘਟ ਮੈਂ ਵਸੈ, ਵਿੱਚੋਂ ਭਰਮ ਗਵਾਏ। ਨਦਰ ਕਰੇ ਦਾ ਮਤਲਬ ਜਿਸ ਤੇ ਮਨੁੱਖ ਦੀ ਮਿਹਰ, ਜਿਸ ਮਨੁੱਖ ਤੇ ਪ੍ਰਭੂ ਦੀ ਮਿਹਰ ਹੁੰਦੀ ਹੈ। ਸ਼ਬਦ ਘਟ ਮੈਂ ਵਸੈ, ਘਟ ਦਾ ਮਤਲਬ ਹਿਰਦਾ, ਹਿਰਦੇ ਦਾ ਮਤਲਬ ਇੱਥੇ ਹੈ ਸੋਚ। ਜਿੱਥੇ ਘਟ ਸ਼ਬਦ ਦਿਲ ਵਾਸਤੇ ਆਏ ਨਾ, ਤਾਂ ਦਿਲ ਜਾਂ ਹਿਰਦਾ, ਇਹਦਾ ਮਤਲਬ ਹੁੰਦਾ ਹੈ ਸਾਡੀ ਮੈਂਟੈਲਿਟੀ, ਸਾਡੀ ਸੋਚ। ਤਾਂ ਸੋਚ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਏ, ਜਿਸ ਤੇ ਪ੍ਰਭੂ ਮਿਹਰ ਕਰਦਾ ਹੈ, ਉਹਦੇ ਅੰਦਰ ਸ਼ਬਦ ਵਸ ਜਾਂਦਾ ਹੈ, ਹੁਕਮ ਵਸ ਜਾਂਦਾ ਹੈ, ਰਜਾ ਦਾ ਪਿਆਰ ਵਸ ਜਾਂਦਾ ਹੈ, ਪ੍ਰਭੂ ਦੀ ਸਿਫਤ ਸਲਾਹ ਵਸ ਜਾਂਦੀ ਉਹਦੀ ਸੋਚ ਦੇ ਅੰਦਰ, ਉਹਦੇ ਅੰਦਰ ਸੱਚ ਵਸ ਜਾਂਦਾ ਹੈ। ਵਿੱਚੋਂ ਭਰਮ ਗਵਾਏ, ਤੇ ਫਿਰ ਉਹ ਆਪਣੇ ਅੰਦਰੋਂ, ਭਰਮ ਦਾ ਮਤਲਬ ਭਟਕਣਾ ਦੂਰ ਕਰ ਲੈਂਦਾ। ਉਹਦੇ ਅੰਦਰ ਫਿਰ ਕੋਈ ਕਨਫਿਊਜ਼ਨ ਨਹੀਂ ਰਹਿੰਦੀ, ਉਹ ਅਸਲੀਅਤ ਨੂੰ ਜਾਣ ਲੈਂਦਾ ਹੈ। ਜਿਵੇਂ ਆਪਾਂ ਕਈ ਵਾਰ ਪ੍ਰਮਾਣ ਦਿੱਤਾ ਹੈ ਨਾ ਕਿ ਰੱਸੀ ਸਾਨੂੰ ਸੱਪ ਨਜ਼ਰੀ ਪੈਂਦੀ ਹੈ, ਪਰ ਉਹ ਸੱਪ ਹੁੰਦਾ ਨਹੀਂ। ਸੱਪ ਅਸਲ ਦੇ ਅੰਦਰ ਹੁੰਦਾ ਨਹੀਂ, ਹੁੰਦੀ ਤੇ ਉਹ ਰੱਸੀ ਹੈ, ਪਰ ਜਦੋਂ ਚਾਨਣਾ ਹੁੰਦਾ ਹੈ ਤਾਂ ਉਦੋਂ ਉਹ ਭਰਮ ਗਵਾਚ ਜਾਂਦਾ ਹੈ। ਤਾਂ ਜਿਸ ਤੇ ਹਿਰਦੇ ਦੇ ਅੰਦਰ ਪ੍ਰਭੂ ਦਾ ਹੁਕਮ, ਗੁਰੂ ਦਾ ਗਿਆਨ ਵਸ ਜਾਂਦਾ ਹੈ, ਉਹਦੇ ਅੰਦਰੋਂ ਫਿਰ ਭਰਮ ਗਵਾਚ ਜਾਂਦਾ ਹੈ। ਭਰਮ ਕਿਹੜਾ ਹੈ ਕਿ ਮੈਂ ਰੱਬ ਦੇ ਨਾਲੋਂ ਵੱਖਰਾ ਹਾਂ। ਸਭ ਤੋਂ ਵੱਡਾ ਭਰਮ ਮਨੁੱਖ ਦੇ ਅੰਦਰ ਇਹ ਹੈ ਕਿ ਮੈਂ ਵੱਖਰਾ ਤੇ ਰੱਬ ਵੱਖਰਾ ਹੈ। ਕੁਦਰਤ ਵੱਖਰੀ ਹੈ ਤੇ ਰੱਬ ਵੱਖਰਾ ਹੈ, ਇੱਕੋ ਹੀ ਫੈਲਿਆ ਹੋਇਆ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਿਕ ਕਟਿਕ ਜਲ ਤਰੰਗ ਜੈਸਾ। ਕਿ ਇਹ ਪ੍ਰਭੂ ਤੇਰੇ ਵਿੱਚ ਔਰ ਮੇਰੇ ਵਿੱਚ ਕਿਹੋ ਜਿਹਾ ਫਰਕ ਹੈ। ਕਨਿਕ ਕਟਿਕ, ਕਟਿਕ ਦਾ ਮਤਲਬ ਕੜੇ, ਕਨਿਕ ਦਾ ਮਤਲਬ ਸੋਨਾ। ਹੁਣ ਸੋਨਾ ਔਰ ਜਿਹੜੇ ਕੜੇ ਨੇ ਸੋਨੇ ਦੇ, ਉਹਦੇ ਵਿੱਚ ਕੋਈ ਫਰਕ ਹੈ? ਸੋਨਾ ਤੇ ਸੋਨੇ ਦੇ ਕੜੇ ਵਿੱਚ ਕੀ ਫਰਕ ਹੈ? ਸੋਨਾ ਹੀ ਕੜਾ ਬਣ ਗਿਆ ਨਾ। ਹੁਣ ਜੇ 100 ਕਿਸਮ ਦੇ ਕੜੇ ਪਏ ਹੋਣ ਡਿਜ਼ਾਈਨਾਂ ਵਾਲੇ, ਤੇ ਸਾਨੂੰ ਉਹ 100 ਕੜੇ ਵੱਖਰੇ ਵੱਖਰੇ ਦਿਸਦੇ ਨੇ, ਪਰ ਹੈ ਤੇ ਉਹ ਸੋਨਾ ਹੀ ਹੈ ਨਾ। ਸਾਡਾ ਭਰਮ ਹੈ ਨਾ ਕਿ ਕੜਾ ਜਿਹੜਾ ਸੋਨੇ ਨਾਲੋਂ ਵੱਖਰਾ ਹੈ, ਵੱਖਰਾ ਥੋੜਾ ਹੈ, ਸੋਨਾ ਹੀ ਕੜਾ ਬਣ ਗਿਆ। ਇਹ ਸੰਸਾਰ ਰੱਬ ਨਾਲੋਂ ਵੱਖਰਾ ਹੈ, ਸਾਡਾ ਵੀ ਇੱਕ ਭਰਮ ਹੈ। ਨਿਰੰਕਾਰ ਹੀ ਸੰਸਾਰ ਬਣ ਗਿਆ, ਉਹਦੇ ਅੰਦਰੋਂ ਇਹ ਭਰਮ ਗਵਾਚ ਜਾਂਦਾ ਹੈ। ਉਹ ਫਿਰ ਇਸ ਕੁਦਰਤ ਦੇ ਅੰਦਰ ਕਰਤੇ ਨੂੰ ਵੇਖਦਾ ਹੈ, ਜਿਹਦੇ ਅੰਦਰ ਹੁਕਮ ਵਸ ਜਾਏ, ਸ਼ਬਦ ਵਸ ਜਾਏ, ਪ੍ਰਭੂ ਦੀ ਸਿਫਤ ਸਲਾਹ ਜਾਂ ਗਿਆਨ ਵਸ ਜਾਏ। ਤਨ ਮਨ ਨਿਰਮਲ, ਨਿਰਮਲ ਬਾਣੀ ਨਾਮੋ ਮਨ ਵਸਾਏ। ਇੱਥੇ ਨਾਮ ਦੇ ਮੰਮੇ ਥੱਲੇ ਔਂਕੜ ਵੀ ਹੈ, ਔਰ ਨਾਮ ਦੇ ਮੰਮੇ ਉੱਤੇ ਹੂੜਾ ਵੀ ਲੱਗਾ ਹੋਇਆ। ਹੁਣ ਇਹਨਾਂ ਦੋ ਦੇ ਵਿੱਚੋਂ ਇੱਕ ਮਾਤਰਾ ਪੜੀ ਜਾਏਗੀ। ਅਸਲੀ ਸ਼ਬਦ ਹੈ ਨਾਮ, ਔਂਕੜ ਸਹਿਤ, ਲੇਕਿਨ ਇਹਨੂੰ ਪੜਨਾ ਹੈ ਨਾਮੋ, ਕਿਉਂਕਿ ਨਾਮ ਜਿਹੜਾ ਹੈ ਇਹ ਸ਼ੁੱਧ ਸਰੂਪ ਵੀ ਗੁਰੂ ਜੀ ਨੇ ਦਰਸਾਇਆ ਹੈ, ਤੇ ਕਾਵ ਤੋਲ ਨੂੰ ਪੂਰਾ ਕਰਨ ਵਾਸਤੇ ਉੱਤੇ ਹੂੜਾ ਲਗਾ ਦਿੱਤਾ ਹੈ। ਜਿਹੜਾ ਇਨਸਾਨ ਨਾਮ ਨੂੰ ਮਨ ਵਿੱਚ ਵਸਾ ਲੈਂਦਾ ਹੈ, ਨਾਮ ਦਾ ਮਤਲਬ ਹੁਕਮ, ਤੇ ਉਹਦਾ ਕੀ ਹੁੰਦਾ ਹੈ? ਤਨ ਮਨ ਨਿਰਮਲ, ਨਿਰਮਲ ਬਾਣੀ। ਉਹਦਾ ਤਨ, ਉਹਦਾ ਮਨ ਤੇ ਉਹਦੀ ਬਾਣੀ ਪਵਿੱਤਰ ਹੋ ਜਾਂਦੀ ਹੈ। ਇਹ ਨਿਸ਼ਾਨੀ ਹੈ। ਜਿਹੜਾ ਰੱਬੀ ਹੁਕਮ ਨੂੰ, ਰੱਬ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲਵੇਗਾ, ਉਹਦਾ ਤਨ ਮਨ ਤੇ ਬਾਣੀ ਨਿਰਮਲ ਬਾਣੀ। ਤਨ ਮਨ ਨਿਰਮਲ, ਨਿਰਮਲ ਬਾਣੀ। ਇਹ ਦੇਖੋ, ਨਿਰਮਲ ਦੇ ਲੱਲੇ ਥੱਲੇ ਔਂਕੜ ਲੱਗਾ ਨਾ ਪਹਿਲਾਂ, ਤਨ ਔਰ ਮਨ ਦੇ ਨੰਨੇ ਥੱਲੇ ਔਂਕੜ ਹੈ, ਔਰ ਨਿਰਮਲ ਦੇ ਲੱਲੇ ਥੱਲੇ ਵੀ ਔਂਕੜ ਹੈ, ਕਿਉਂਕਿ ਇਹ ਨਿਰਮਲ ਵਿਸ਼ੇਸ਼ਣ ਹੈ ਤਨ ਔਰ ਮਨ ਦਾ, ਤੇ ਇਹ ਹੈ ਮੇਲ ਜੈਂਡਰ।
ਤਨ ਔਰ ਮਨ ਮੇਲ ਜੈਂਡਰ ਨੇ, ਇਸ ਲਈ ਨਿਰਮਲ ਦੇ ਲੱਲੇ ਥੱਲੇ ਔਂਕੜ ਲਾਇਆ ਹੈ, ਕਿਉਂਕਿ ਇਹ ਵੀ ਮੇਲ ਜੈਂਡਰ, ਜੋ ਜੈਸਾ ਨਾਉਨ ਹੋਏਗਾ ਵੈਸਾ ਹੀ ਉਹਦਾ ਵਿਸ਼ੇਸ਼ਣ ਹੋਏਗਾ। ਅੱਗੇ ਬਾਣੀ ਹੈ ਫੀਮੇਲ ਜੈਂਡਰ, ਇਸ ਲਈ ਨਿਰਮਲ ਨੂੰ ਫੀਮੇਲ ਜੈਂਡਰ ਬਣਾਉਣ ਵਾਸਤੇ ਇਹਦਾ ਔਂਕੜ ਹਟਾ ਦਿੱਤਾ ਹੈ। ਨਿਰਮਲ ਬਾਣੀ ਦਾ ਮਤਲਬ ਮੈਲ ਤੋਂ ਰਹਿਤ ਉਹਦੀ ਬਾਣੀ ਹੋ ਜਾਂਦੀ ਹੈ, ਬੋਲੀ ਹੋ ਜਾਂਦੀ ਹੈ। ਜਿਹੜਾ ਨਾਮ ਨੂੰ, ਰੱਬੀ ਹੁਕਮ ਨੂੰ, ਰੱਬੀ ਸਿਫਤ ਸਲਾਹ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ, ਉਹਦਾ ਤਨ ਮਨ ਔਰ ਬਾਣੀ ਬੋਲ ਨਿਰਮਲ ਹੋ ਜਾਂਦੇ ਨੇ। ਤਨ ਨਿਰਮਲ ਹੋਣ ਦਾ ਮਤਲਬ ਕਿ ਉਹ ਮੈਲੇ ਕੰਮ ਨਹੀਂ ਕਰਦਾ, ਚੋਰੀਆਂ, ਠੱਗੀਆਂ, ਬੇਈਮਾਨੀਆਂ, ਨਸ਼ੇ ਵਗੈਰਾ ਇਹਨਾਂ ਮੈਲੇ ਕਰਮ ਹੱਥਾਂ ਦੇ ਨਾਲ ਨਹੀਂ ਕਰਦਾ। ਮਨ ਨਿਰਮਲ ਦਾ ਮਤਲਬ ਉਹਦੀ ਸੋਚ ਵੀ ਨਿਰਮਲ ਹੁੰਦੀ ਹੈ, ਤੇ ਬਾਣੀ ਦਾ ਮਤਲਬ ਉਹਦੀ ਬੋਲ ਬਾਣੀ ਜੋ ਬਚਨ ਬਿਲਾਸ ਨੇ, ਉਹ ਬੋਲ ਬਾਣੀ ਵੀ ਉਹਦੀ ਚੰਗੀ ਨਿਰਮਲ ਹੁੰਦੀ ਹੈ, ਮੈਲ ਤੋਂ ਰਹਿਤ ਪਿਆਰ ਭਰੀ ਬਾਣੀ ਉਹਦੀ ਹੋ ਜਾਂਦੀ ਹੈ। ਤੇ ਇਸ ਵਾਸਤੇ ਤਨ ਮਨ ਔਰ ਬਾਣੀ ਨਿਰਮਲ ਹੋ ਜਾਏ ਤਾਂ ਬੰਦਾ ਰੱਬ ਦਾ ਰੂਪ ਹੋ ਗਿਆ। ਤੇ ਇਹਦੇ ਵਾਸਤੇ ਸੰਸਾਰ ਛੱਡਣ ਦੀ ਕੀ ਲੋੜ ਹੈ, ਸਮਾਧੀਆਂ ਲਾਉਣ ਦੀ ਕੀ ਲੋੜ ਹੈ, ਇਹਦੇ ਵਾਸਤੇ ਮਾਲਾ ਫੇਰਨ ਦੀ ਕੋਈ ਜ਼ਰੂਰਤ ਹੈ? ਸਿਰਫ ਮਨ ਦੇ ਅੰਦਰ ਸੱਚ ਨੂੰ ਵਸਾਉਣਾ ਹੈ, ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਸ਼ਬਦ ਗੁਰੂ ਭਵਸਾਗਰ ਤਰੀਐ, ਇਤੁਤ ਏਕੋ ਜਾਣੈ। ਇੱਥੇ ਦੇਖੋ ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਹੈ ਸ਼ਬਦ ਦੇ ਰਾਹੀਂ। ਸ਼ਬਦ ਦੇ ਰਾਹੀਂ, ਜੇ ਸ਼ਬਦ ਗੁਰੂ ਵਿਸ਼ੇਸ਼ਣ ਹੁੰਦਾ ਨਾ ਸ਼ਬਦ ਗੁਰੂ ਦਾ, ਤਾਂ ਸ਼ਬਦ ਇਕੜ ਹੋਣਾ ਸੀ, ਉਹਦਾ ਮਤਲਬ ਹੋਣਾ ਸੀ ਕਰਤਾ ਕਾਰਕ ਇੱਕ ਵਚਨ। ਲੇਕਿਨ ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ, ਜਿਹਦਾ ਮਤਲਬ ਸ਼ਬਦ ਦੇ ਰਾਹੀਂ। ਸ਼ਬਦ ਗੁਰੂ ਦਾ ਮਤਲਬ ਗੁਰੂ ਦੇ ਸ਼ਬਦ ਦੀ ਰਾਹੀਂ। ਭਵਸਾਗਰ ਤਰੀਏ ਦਾ ਮਤਲਬ ਸੰਸਾਰ ਸਾਗਰ ਨੂੰ ਤਰ ਲਈਦਾ ਹੈ ਗੁਰੂ ਦੇ ਸ਼ਬਦ ਰਾਹੀਂ। ਇੱਥੇ ਗੁਰੂ ਦੇ ਸ਼ਬਦ ਦਾ ਮਤਲਬ ਉਪਦੇਸ਼ ਹੈ, ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦਾ ਉਪਦੇਸ਼, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ। ਜਿਸ ਵੀ ਸ਼ਬਦ ਦੇ ਨਾਲ ਆਪ ਨੂੰ ਸਮਝ ਆ ਜਾਏ ਸ਼ਬਦ ਵਰਤ ਸਕਦੇ ਹੋ। ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ। ਦੇਖੋ ਹੁਣ ਗੁਰੂ ਜੀ ਸਾਨੂੰ ਵੇ ਆਫ ਲਾਈਫ ਦੱਸ ਰਹੇ ਨੇ, ਜਿਵੇਂ ਜਪਜੀ ਸਾਹਿਬ ਜੀ ਦੇ ਵਿੱਚ ਅਸੀਂ ਪੜ੍ਹ ਆਏ ਹਾਂ, ਸੋਚੈ ਸੋਚ ਨਾ ਹੋਵਈ, ਪਹਿਲੀਆਂ ਪੰਕਤੀਆਂ ਦੇ ਵਿੱਚ 4 ਜਿਹੜੇ ਕਰਮ ਕਾਂਡ ਦੱਸੇ ਨੇ, ਉਹਨਾਂ ਰਾਹੀਂ ਨਹੀਂ ਤਰਿਆ ਜਾਂਦਾ। ਸਵਾਲ ਕੀਤਾ ਸੀ ਕਿ ਸਚਿਆਰਾ ਹੋਈ ਹੈ, ਤੇ ਉੱਥੇ ਉੱਤਰ ਦਿੱਤਾ ਸੀ ਨਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਗੁਰੂ ਦੇ ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਅਸੀਂ ਇਸ ਵਿਕਾਰਾਂ ਤੋਂ ਬਚ ਸਕਦੇ ਹਾਂ। ਤੇ ਜਿਹੜਾ ਫਿਰ ਵਿਕਾਰਾਂ ਤੋਂ ਬਚ ਜਾਂਦਾ ਹੈ, ਗੁਰੂ ਗਿਆਨ ਮੁਤਾਬਕ ਜੋ ਸੋਚਦਾ ਹੈ, ਬੋਲਦਾ ਹੈ, ਵਿਚਾਰਦਾ ਹੈ, ਉਹਦੀ ਨਿਸ਼ਾਨੀ ਕੀ ਹੈ? ਇਤ ਉਤ ਏਕੋ ਜਾਣੈ। ਇਤ ਉਤ ਦਾ ਮਤਲਬ, ਇਤ ਦਾ ਮਤਲਬ ਇੱਥੇ, ਉਤ ਦਾ ਮਤਲਬ ਉੱਥੇ, ਇੱਥੇ ਉੱਥੇ ਮਤਲਬ ਹਰ ਥਾਂ ਤੇ। ਇਤ ਉਤ ਦਾ ਮਤਲਬ ਹਰ ਥਾਂ ਤੇ। ਉਹ ਹਰ ਥਾਂ ਤੇ ਏਕੋ ਜਾਣੇ ਦਾ ਮਤਲਬ ਇੱਕ ਪ੍ਰਭੂ ਨੂੰ ਹੀ ਜਾਣਦਾ ਹੈ। ਇੱਕ ਪ੍ਰਭੂ ਦੇ ਨਾਲ ਹੀ ਉਹਦੀ ਸਾਂਝ ਪੈ ਜਾਂਦੀ ਹੈ। ਉਹਨੂੰ ਇੱਕ ਹੁਕਮ ਵਰਤਦਾ ਹੋਇਆ ਨਜ਼ਰ ਨਹੀਂ ਪੈਂਦਾ ਹੈ। ਉਹ ਅੰਦਰੋਂ ਔਰ ਬਾਹਰੋਂ ਇੱਕ ਹੁੰਦਾ ਹੈ। ਉਹਦਾ ਵਿਹਾਰ ਸਾਰਿਆਂ ਦੇ ਨਾਲ ਇੱਕ ਹੁੰਦਾ ਹੈ। ਉਹਦੀ ਬੋਲਬਾਣੀ ਸਾਰਿਆਂ ਦੇ ਨਾਲ ਇੱਕ ਹੁੰਦੀ ਹੈ। ਉਹ ਇੱਕ ਦੇ ਨਾਲ ਜੁੜ ਕੇ ਇੱਕ ਦੇ ਵਿੱਚ ਹੀ ਸਦਾ ਲਈ ਸਮਾ ਜਾਂਦਾ ਹੈ। ਤਾਂ ਦੇਖੋ ਕਿੰਨਾ ਮਹਾਨ ਰਾਸਤਾ, ਕਿੰਨੀ ਵੱਡੀ ਮਹਾਨ ਪ੍ਰਾਪਤੀ, ਔਰ ਕਿੰਨੇ ਸੌਖੇ ਢੰਗ ਦੇ ਨਾਲ ਕਿ ਗੁਰੂ ਦੀ ਪਾਵਨ ਬਾਣੀ ਮੁਤਾਬਕ ਅਸੀਂ ਜ਼ਿੰਦਗੀ ਜੀਣੀ ਹੈ, ਵਿਕਾਰਾਂ ਤੋਂ ਬਚ ਜਾਣਾ ਹੈ, 4 ਚੁਫੇਰੇ ਪ੍ਰਭੂ ਬਸਰਿਆ ਹੋਇਆ ਨਜ਼ਰੀ ਆਏਗਾ। ਕਿੰਨਾ ਸੌਖਾ ਰਾਸਤਾ ਹੈ। ਪਰ ਜੇ ਹੁਣ ਇੰਨੀ ਸੌਖੀ ਸੋਚ ਨੂੰ ਕੋਈ ਨਾ ਅਪਣਾਏ, ਇੰਪਲੀਮੈਂਟ ਨਾ ਕਰੇ ਇਹਨਾਂ ਚੀਜ਼ਾਂ ਨੂੰ, ਤਾਂ ਇਹ ਫਿਰ ਉਹਦੀ ਆਪਣੀ ਪ੍ਰੋਬਲਮ ਹੈ। ਫਿਰ ਐਸੇ ਇਨਸਾਨ ਨੂੰ ਤੇ ਕਦੀ ਤਾਰਿਆ ਨਹੀਂ ਨਾ ਜਾ ਸਕਦਾ, ਸੁਖੀ ਕੀਤਾ ਨਹੀਂ ਨਾ ਜਾ ਸਕਦਾ, ਜੋ ਕਰਨਾ ਹੀ ਕੁਛ ਨਾ ਚਾਹੇ। ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ। ਛਾਇਆ ਦਾ ਮਤਲਬ ਹੈ ਪ੍ਰਭਾਵ, ਸਾਇਆ, ਤੇ ਮਾਇਆ ਦਾ ਮਤਲਬ ਮਾਇਆ। ਨਾਨਕ ਸ਼ਬਦ ਪਛਾਣੈ। ਹੁਣ ਦੇਖੋ ਪਿੱਛੇ ਸ਼ਬਦ ਦੇ ਦੱਦੇ ਨਾਲ ਸਿਹਾਰੀ ਆਈ ਸੀ ਨਾ, ਸ਼ਬਦ ਗੁਰੂ ਭਵਸਾਗਰ ਤਰੀਏ, ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ ਸੀ, ਜਿਹਦਾ ਮਤਲਬ ਸ਼ਬਦ ਦੇ ਰਾਹੀਂ
पर इस पंक्ति दे अंदर शब्द दे दद्दे थले औंकड़ है। इत्थे हुण शब्द मेल जेंडर भी है और कर्ता कारक भी ते एक वचन भी है। शब्द पछाणे यानी जेड़ा बंदा शब्द नूं पछाण लैंदा है, इत्थे हुण शब्द नूं पछाणन दी गल है। जो मनुख इस शब्द नूं पछाण लैंदा है, गुरु दे ज्ञान नूं जां रब्बी रजा नूं, भाणे नूं जो पछाण लैंदा है, पछाणन दा मतलब है डूंगी सांझ पा लैणी। ਜਿਹਦੇ ਨਾਲ ਸਾਡੀ ਪਛਾਣ ਹੁੰਦੀ ਹੈ ਨਾ, ਉਹਦੇ ਨਾਲ ਸਾਡੀ ਸਾਂਝ ਹੁੰਦੀ ਹੈ, ਉਹਦੇ ਨਾਲ ਸਾਡਾ ਪਿਆਰ ਹੁੰਦਾ ਹੈ। ਇੱਥੇ ਪਛਾਣੇ ਦਾ ਮਤਲਬ ਡੂੰਗੀ ਸਾਂਝ, ਪਿਆਰ ਬਣਾਉਣਾ। ਜਿਹੜਾ ਸ਼ਬਦ ਦੇ ਨਾਲ ਪਿਆਰ ਪਾ ਲੈਂਦਾ ਹੈ, ਉਹ ਬੰਦਾ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਤੇ ਚਿਹਨ ਵਰਨ ਉਹਦਾ ਆਪਣਾ ਕੋਈ ਵੱਖਰਾ ਵਰਨ ਔਰ ਚਿਹਨ ਨਹੀਂ ਰਹਿ ਜਾਂਦਾ। ਭਾਵ ਕਿ ਉਹਦੇ ਅੰਦਰੋਂ ਵੱਖਰਾਪਨ ਜਿਹੜਾ ਹੈ ਮਿਟ ਜਾਂਦਾ ਹੈ, ਉਹਦੇ ਅੰਦਰੋਂ ਮੇਰ ਤੇਰ ਦੂਰ ਹੋ ਜਾਂਦੀ ਹੈ। ਚਿਹਨ ਵਰਨ ਨੂੰ ਅਸੀਂ ਮੇਰ ਤੇਰ ਦੇ ਰੂਪ ਵਿੱਚ ਲੈ ਸਕਦੇ ਹਾਂ ਕਿ ਉਹਦਾ ਕੋਈ ਆਪਣਾ ਵੱਖਰਾ ਚਿਹਨ ਚੱਕਰ, ਆਪਣਾ ਵੱਖਰਾ ਜਿਹੜਾ ਹੈ ਆਜ਼ਾਤਵਾਦ, ਇਹ ਨਹੀਂ ਰਹਿ ਜਾਂਦਾ। ਨਹੀਂ ਛਾਇਆ ਮਾਇਆ, ਮਾਇਆ ਦਾ ਮਤਲਬ ਮਾਇਆ ਜਿਹੜੀ ਸੋਚ ਆਪਾਂ ਰੋਜ਼ ਗੱਲ ਕਰਦੇ ਹਾਂ, ਛਾਇਆ ਦਾ ਮਤਲਬ ਅਸਰ, ਉਹਦੇ ਉੱਤੇ ਮਾਇਆ ਵਾਲੀ ਸੋਚ ਦਾ ਅਸਰ ਨਹੀਂ ਰਹਿੰਦਾ। ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਰਹਿੰਦੇ, ਉਹਦਾ ਵੱਖਰਾਪਨ ਮਿਟ ਜਾਂਦਾ ਹੈ। ਕੌਣ? ਜੋ ਸ਼ਬਦ ਨੂੰ ਪਛਾਣ ਲੈਂਦਾ, ਜਿਹੜਾ ਰੱਬੀ ਹੁਕਮ ਦੇ ਨਾਲ ਪਿਆਰ ਪਾ ਲੈਂਦਾ, ਜੋ ਗੁਰੂ ਦੇ ਗਿਆਨ ਦੇ ਨਾਲ ਪਿਆਰ ਪਾ ਲੈਂਦਾ, ਜੋ ਰਜਾ ਦੇ ਅੰਦਰ ਜ਼ਿੰਦਗੀ ਜੀਂਦਾ ਨਾ, ਉਹਦੇ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਔਰ ਉਹਦਾ ਵੱਖਰਾ ਚਿਹਨ ਵਰਨ ਨਹੀਂ ਰਹਿੰਦਾ, ਵੱਖਰੇਵੇਂ ਨਹੀਂ ਰਹਿੰਦੇ, ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨਹੀਂ ਰਹਿੰਦੇ। ਤੇ ਜੋਗੀ ਦੇਖ ਲਓ, ਉਹਨਾਂ ਦੇ ਆਪਣੇ 12 ਫਿਰਕੇ ਨੇ, ਵਿਤਕਰੇ ਖਤਮ ਨਹੀਂ ਹੋਏ। ਸੰਨਿਆਸੀਆਂ ਦੇ ਵਿਤਕਰੇ ਖਤਮ ਨਹੀਂ ਹੋਏ। ਤੇ ਜੇ ਅਸੀਂ ਆਪਣੇ ਵੱਲ ਅੱਜ ਦੇ ਯੁੱਗ ਵਿੱਚ ਝਾਤ ਮਾਰੀਏ, ਜਿਵੇਂ ਉਦੋਂ ਸਿੱਧ ਬਾਬੇ ਪੀਰ ਜੋਗੀ ਸਨ, ਤੇ ਸਾਡੇ ਬਾਬਿਆਂ ਵੱਲ ਅਸੀਂ ਜੇ ਝਾਤ ਮਾਰੀਏ ਤੇ ਉਹਨਾਂ ਦੇ ਵਿਤਕਰੇ ਨਹੀਂ ਨਾ ਖਤਮ ਹੋਏ। ਮਰਿਆਦਾ ਇੱਕ ਨਹੀਂ ਹੈ, ਅਲੱਗ-ਅਲੱਗ ਮਰਿਆਦਾ, ਵਿਤਕਰੇ ਇੱਥੇ ਵੇਖੇ ਜਾ ਸਕਦੇ ਨੇ ਨਾ, ਮੇਰ ਤੇਰ ਦੇ ਵਿਤਕਰੇ। ਏਕਾ ਤੇ ਕਿਤਨੇ ਨਜ਼ਰੀ ਆ ਨਹੀਂ ਰਿਹਾ। 63 ਅੰਗੁਲ ਵਾਈ ਔਧੂ ਸੁਨ ਸੱਚ ਆਹਾਰੋ। ਸਵਾਸਾਂ ਦੁਆਰਾ 63 ਅੰਗੁਲ ਵਾਈ ਔਧੂ ਸੁਨ ਸੱਚ ਆਹਾਰੋ। ਔਧੂ ਦਾ ਮਤਲਬ ਹੈ ਜੋਗੀ। ਇੱਥੇ ਔਧੂ ਸ਼ਬਦ ਜੋਗੀ ਵਾਸਤੇ ਆਇਆ ਹੈ ਤੇ ਆਹਾਰੋ ਦਾ ਮਤਲਬ ਖੁਰਾਕ, ਆਸਰਾ। 63 ਅੰਗੁਲ ਵਾਈ ਦਾ ਮਤਲਬ ਸਵਾਸ ਜਿਹੜੇ ਨੇ, ਸਵਾਸ ਪ੍ਰਭੂ ਦੇ ਗੁਣ ਗਾਣੇ, ਤੇ ਪ੍ਰਭੂ ਦਾ ਨਾਮ ਹੀ ਪ੍ਰਾਣਾ ਦਾ ਆਸਰਾ ਹੈ। ਹੁਣ ਪ੍ਰਾਣਾ ਦਾ ਆਸਰਾ ਕੌਣ ਹੈ? ਪੁੱਛਿਆ ਸੀ ਨਾ ਕਿ ਇਹਨਾਂ ਦਾ ਆਸਰਾ ਕੌਣ ਹੈ, ਤੇ ਨਾਮ ਦਾ ਮਤਲਬ ਇੱਥੇ ਹੈ ਹੁਕਮ। ਹੁਕਮ ਹੀ ਆਸਰਾ ਹੈ, ਯਾਨੀ ਸਾਡੇ ਪ੍ਰਾਣਾ ਦਾ ਆਸਰਾ ਕੌਣ ਹੈ? ਰੱਬੀ ਰਜ਼ਾ, ਭਾਣਾ, ਹੁਕਮ। ਇਸ ਲਈ ਸਾਨੂੰ ਆਸਰਾ ਚਾਹੀਦਾ ਹੈ ਜੀਵਨ ਵਾਸਤੇ। ਤਾਂ ਸਵਾਸ ਦਾ ਮਤਲਬ ਹਰ ਸਮੇਂ ਸਾਨੂੰ ਰੱਬੀ ਰਜ਼ਾ ਦੇ ਵਿੱਚ ਤੁਰਨਾ ਚਾਹੀਦਾ ਹੈ। ਇਹ ਸਾਡੇ ਜੀਵਨ ਦਾ ਆਸਰਾ ਹੈ, ਇਹਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਸਿਸਟਮ ਦੇ ਵਿੱਚ ਹੀ ਸਵਾਸ ਆ ਰਹੇ ਨੇ, ਸਿਸਟਮ ਦੇ ਵਿੱਚ ਹੀ ਜਾ ਰਹੇ ਨੇ। ਜੇ ਅਸੀਂ ਸਿਸਟਮ ਨੂੰ ਬੰਦ ਕਰ ਦਈਏ, ਮੰਨ ਲਓ ਕੋਈ ਹੁਣ ਕਿਸ ਦਾ ਨੱਕ ਫੜ ਲਵੇ, ਮੂੰਹ ਵੀ ਬੰਦ ਕਰ ਦੇਵੇ, ਗਲਾ ਘੁੱਟ ਦੇਵੇ, ਤਾਂ ਸਵਾਸ ਨਹੀਂ ਨਾ ਆਉਣਗੇ, ਕਿਉਂਕਿ ਸਿਸਟਮ ਦੇ ਵਿੱਚ ਗੜਬੜ ਹੋ ਗਈ ਨਾ। ਤਾਂ ਰੱਬੀ ਰਜ਼ਾ ਹੀ ਇਹਨਾਂ ਦਾ ਆਸਰਾ ਹੈ, ਭਾਵ ਕਿ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਣਾ ਹੀ ਆਸਰਾ ਹੈ। ਕੋਈ ਇੱਕ ਸ਼ਬਦ ਨਹੀਂ, ਜਿਵੇਂ ਜੋਗੀ ਆਦਿਕ ਜਾਂ ਹੋਰ ਲੋਕ ਕਿਸੇ ਸ਼ਬਦ ਦਾ ਉਚਾਰਨ ਕਰਦੇ ਨੇ, ਦੱਸਦੇ ਨੇ ਸਵਾਸ। ਇੱਥੇ ਰੱਬੀ ਰਜ਼ਾ ਹੀ ਪ੍ਰਾਣਾ ਦਾ ਆਸਰਾ ਔਰ ਆਧਾਰ ਹੈ। ਰੱਬੀ ਰਜ਼ਾ ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਚਾਹੀਦਾ ਹੈ। ਗੁਰਮੁਖ ਬੋਲੇ ਤਤ ਬਿਰੋਲੇ, ਚੀਨੈ ਅਲਖ ਅਪਾਰੋ। ਗੁਰਮੁਖ ਬੋਲੇ, ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ, ਬੋਲੇ ਦਾ ਮਤਲਬ ਬੋਲਦਾ ਹੈ। ਤਤ ਬਿਰੋਲੇ, ਬਿਰੋਲੇ ਦਾ ਮਤਲਬ ਰਿੜਕਦਾ ਹੈ। ਤਤ ਦਾ ਮਤਲਬ ਅਸਲੀਅਤ। ਜਿਵੇਂ ਹੁਣ ਦਹੀਂ ਰਿੜਕੀ ਹੈ ਤਾਂ ਦਹੀਂ ਰਿੜਕਣ ਦੇ ਨਾਲ ਮੱਖਣ ਨਿਕਲੇਗਾ, ਪਰ ਜੇ ਪਾਣੀ ਦੇ ਵਿੱਚ ਕੋਈ ਰਿੜਕਣਾ ਪਾਈ ਰੱਖੇ ਤਾਂ ਫਿਰ ਕੁਝ ਮਿਲਣ ਵਾਲਾ ਨਹੀਂ ਹੈ। ਪਾਣੀ ਵਿੱਚ ਰਿੜਕਣਾ ਪਾਇਆ, ਦੋ ਚੀਜ਼ਾਂ ਮਿਲਣਗੀਆਂ, ਇੱਕ ਪਛਤਾਵਾ ਔਰ ਇੱਕ ਥਕਾਵਟ। ਥਕਾਵਟ ਪੱਲੇ ਪੈ ਗਈ, ਰਿੜਕ ਕੇ ਥੱਕ ਜਾਓਗੇ।
ਲੇਕਿਨ ਪਾਣੀ ਚੋਂ ਮੱਖਣ ਨਿਕਲਣ ਵਾਲਾ ਨਹੀਂ। ਅਖੀਰ ਪਛਤਾਵਾ ਹੋਏਗਾ ਵੀ ਐਵੇਂ ਰਿੜਕਣਾ ਪਾਈ ਬੈਠਾ ਰਿਹਾ। ਲੋਕ ਵੀ ਕਮਲਾ ਕਹਿਣਗੇ ਵੀ ਕਮਲਾ ਹੈ, ਪਾਣੀ 'ਚ ਰਿੜਕਣਾ ਪਾਈ ਬੈਠਾ। ਗੁਰਮੁਖ ਬੋਲੇ, ਬੋਲੇ ਦਾ ਮਤਲਬ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਹੁਕਮ ਵਿੱਚ ਤੁਰਦਾ ਹੈ, ਉਹ ਸਿਫਤ ਸਲਾਹ ਬੋਲਦਾ ਹੈ, ਰੱਬ ਦੀ ਸਿਫਤ ਸਲਾਹ ਕਰਦਾ ਹੈ। ਇੱਥੇ ਬੋਲਣ ਦਾ ਮਤਲਬ ਰੱਬ ਦੇ ਗੁਣ ਗਾਣੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਪ੍ਰੇਮ, ਨਿਰਭੈਤਾ, ਨਿਰਵੈਰਤਾ, ਇਹਨਾਂ ਗੁਣਾਂ ਦੀ ਗੱਲ ਕਰਦਾ ਹੈ, ਰਜਾ ਦੀ ਗੱਲ ਕਰਦਾ ਹੈ, ਹੁਕਮ ਦੀ ਗੱਲ ਕਰਦਾ ਹੈ, ਔਰ ਉਹ ਤਤ ਨੂੰ ਪਛਾਣ ਲੈਂਦਾ ਹੈ। ਚੀਨੇ ਅਲਖ ਅਪਾਰੋ, ਅਲਖ ਦਾ ਮਤਲਬ ਜੋ ਦਿਸਦਾ ਨਹੀਂ, ਅਪਾਰੋ ਦਾ ਮਤਲਬ ਜਿਹੜਾ ਪਾਰ ਨਹੀਂ ਪਾਇਆ ਜਾਂਦਾ। ਚੀਨੇ ਦਾ ਮਤਲਬ ਉਹਨੂੰ ਪਛਾਣ ਲੈਂਦਾ ਹੈ, ਉਹਦੇ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ। ਤਤ ਵਿਰੋਲੇ ਦਾ ਮਤਲਬ ਉਹ ਅਸਲੀਅਤ ਨੂੰ ਪਛਾਣਦਾ ਹੈ, ਅਸਲੀਅਤ ਨੂੰ ਹਾਸਲ ਕਰ ਲੈ। ਤਤ ਦਾ ਮਤਲਬ ਜਗਤ ਦਾ ਮੂਲ। ਤਾਂ ਗੁਰੂ ਦਾ ਜੋ ਸਿੱਖ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਗੁਰੂ ਗਿਆਨ ਮੁਤਾਬਕ ਜੋ ਜ਼ਿੰਦਗੀ ਜੀਂਦਾ ਹੈ, ਉਹ ਅਸਲੀਅਤ ਨੂੰ ਪਛਾਣਦਾ ਹੈ, ਔਰ ਜੋ ਅਲਖ ਤੇ ਅਪਾਰ ਹੈ ਉਹਦੇ ਨਾਲ ਆਪਣੀ ਡੂੰਘੀ ਸਾਂਝ ਪਾ ਲੈਂਦਾ ਹੈ, ਉਹਦੇ ਗੁਣਾਂ ਦੇ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਰੱਬੀ ਰਜਾ ਦੇ ਨਾਲ ਸਾਂਝ ਪਾ ਲੈਂਦਾ ਹੈ। ਉਹ ਇਹਨਾਂ ਕਰਾਮਾਤਾਂ ਦੇ ਚੱਕਰ 'ਚ ਨਹੀਂ ਪੈਂਦਾ, ਉਹ ਪੁੱਠੇ ਸਿੱਧੇ ਸਵਾਸ ਲੈਣ ਦੇ ਚੱਕਰ ਦੇ ਵਿੱਚ ਨਹੀਂ ਹੈ, ਉਹ ਕਰਮ ਕਾਂਡਾਂ ਦੇ ਚੱਕਰ ਵਿੱਚ ਨਹੀਂ ਹੈ, ਸਗੋਂ ਉਹ ਅਸਲੀਅਤ ਨੂੰ ਪਛਾਣਦਾ ਹੈ। ਇਸ ਲਈ ਗੁਰੂ ਪਾਤਸ਼ਾਹ ਨੇ ਦੇਖੋ ਸਿੱਧਾਂ ਨੂੰ ਉਹ ਅਸਲੀਅਤ ਪਛਾਣਨ ਵਾਸਤੇ ਕਹਿ ਰਹੇ ਨੇ ਕਿ ਅਸਲੀਅਤ ਦੀ ਪਛਾਣ ਕਰੋ। ਹਾਲਾਂਕਿ ਲੋਕ ਉਹਨਾਂ ਨੂੰ ਕਿੰਨੇ ਵੱਡੇ ਗਿਆਨੀ ਔਰ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਦੇ ਮਾਲਕ ਸਮਝ ਰਹੇ ਸੀ ਕਿ ਇਹ ਤਾਂ ਮਤਲਬ ਜੰਤਰਾਂ ਮੰਤਰਾਂ ਦੇ ਨਾਲ ਸਿੱਧੀਆਂ ਸਿੱਧੀਆਂ ਨਾਲ ਖੁਰ ਕੀ ਕਰ ਸਕਣਗੇ, ਕਰ ਦੇਣਗੇ। ਹਾਲਾਂਕਿ ਹੋਣਾ ਹਵਾਣਾ ਕੁਛ ਨਹੀਂ ਹੈ, ਜਦੋਂ ਇਹ ਚੀਜ਼ਾਂ ਹੈ ਹੀ ਨਹੀਂ। ਲੋਕ ਭਟਕੇ ਸਨ ਨਾ, ਤਾਂ ਗੁਰੂ ਜੀ ਉਹਨਾਂ ਨੂੰ ਕਹਿ ਰਹੇ ਨੇ ਅਸਲੀਅਤ ਪਛਾਣੋ, ਤੇ ਅਸਲੀਅਤ ਆਪ ਪਛਾਣਨੀ ਪੈਣੀ ਹੈ। ਸੱਚ ਝੂਠ ਦਾ ਨਿਰਣਾ ਕਰਨਾ ਪੈਣਾ ਨਾ ਆਪ। ਤਾਂ ਸਾਨੂੰ ਵੀ ਗੁਰੂ ਜੀ ਨੇ ਗਿਆਨ ਦੀ ਦਾਤ ਦੇ ਕੇ ਵਿਵੇਕੀ ਬਣਾਇਆ ਹੈ। ਅਸੀਂ ਦਿਮਾਗ ਨੂੰ ਯੂਜ਼ ਕਰਨਾ ਹੈ, ਅਕਲ ਦੀ ਵਰਤੋਂ ਕਰਨੀ ਹੈ, ਅਕਲੀ ਸਾਹਿਬ ਸੇਵੀ ਹੈ, ਵਿਵੇਕੀ ਬਣਨਾ ਹੈ, ਝੂਠ ਔਰ ਸੱਚ ਦੀ ਪਛਾਣ ਆਪ ਕਰਨੀ ਹੈ। ਐਵੇਂ ਨਹੀਂ ਵੀ ਕਿਸੇ ਨੇ ਕਹਿ ਦਿੱਤਾ ਤੇ ਉਹਦੀ ਗੱਲ ਮੰਨ ਲਈ। ਗੁਰੂ ਪਾਤਸ਼ਾਹ ਸਾਨੂੰ ਕੀ ਕਹਿ ਰਹੇ ਨੇ, ਉਸ ਵਾਲੇ ਪਾਸੇ ਅਸਾਂ ਧਿਆਨ ਦੇਣ ਦਾ ਯਤਨ ਕਰਨਾ। ਤ੍ਰੈਗੁਣ ਮੇਟੈ ਸ਼ਬਦ ਵਸਾਏ, ਤਾਂ ਮਨ ਚੂਕੇ ਅਹੰਕਾਰੋ। ਚੂਕੇ ਦਾ ਮਤਲਬ ਮੁੱਕ ਜਾਂਦਾ ਹੈ। ਤ੍ਰੈਗੁਣ ਮੇਟੇ ਦਾ ਮਤਲਬ ਰਜੋ, ਸਤੋ ਔਰ ਤਮੋ ਜੋ ਗੁਣ ਨੇ, ਇਹਨਾਂ ਨੂੰ ਮੇਟੇ ਦਾ ਮਤਲਬ ਹਟਾ ਦੇਵੇ। ਸ਼ਬਦ ਵਸਾਏ, ਤੇ ਸ਼ਬਦ ਨੂੰ ਆਪਣੇ ਮਨ ਦੇ ਅੰਦਰ ਵਸਾ ਲਵੇ। ਹੁਣ ਜਦੋਂ ਮਨੁੱਖ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਨਾ, ਤੇ ਸ਼ਬਦ ਦੀ ਬਰਕਤ ਦੇ ਨਾਲ ਕੀ ਹੁੰਦਾ ਹੈ, ਤ੍ਰੈਗੁਣ ਮੇਟੇ, ਉਹ ਤ੍ਰੈਗੁਣੀ ਪ੍ਰਭਾਵ ਨੂੰ ਮਿਟਾ ਲੈਂਦਾ ਹੈ, ਰਜਗੁਣ, ਤਮਗੁਣ ਔਰ ਸਤਗੁਣ। ਕਿਉਂਕਿ ਇਹ ਤਿੰਨੇ ਹੀ ਗੁਣ ਉਲਾਰੂ ਜ਼ਿੰਦਗੀ ਦਾ ਪ੍ਰਤੀਕ ਨੇ। ਇੱਕ ਤੇ ਲੋਕ ਉਹ ਨੇ ਜੋ ਲੋਭ ਲਾਲਚ ਦੇ ਵਿੱਚ ਲੱਗ ਕੇ ਤੇ ਪਾਪ ਕਰਮ ਕਮਾ ਰਹੇ ਨੇ। ਦੂਜੇ ਉਹ ਨੇ ਜੋ ਅਗਿਆਨ ਭਰੇ ਕਰਮ ਕਾਂਡਾਂ ਦੇ ਵਿੱਚ ਉਲਝੇ ਹੋਏ ਨੇ, ਪਤਾ ਹੀ ਨਹੀਂ ਇਹਦਾ ਰਿਜ਼ਲਟ ਕੀ ਨਿਕਲਣਾ ਹੈ। ਇਹ ਵੀ ਉਲਾਰੂ ਜ਼ਿੰਦਗੀ ਹੈ। ਤੇ ਤੀਜੇ ਲੋਕ ਉਹ ਨੇ ਜੋ ਸੰਸਾਰ ਨੂੰ ਛੱਡ ਹੀ ਗਏ ਨੇ, ਉਲਾਰੂ ਜ਼ਿੰਦਗੀ ਹੈ। ਗੁਰੂ ਜੀ ਨੇ ਇਹਨਾਂ ਤਿੰਨਾਂ ਨੂੰ ਰੱਦ ਕੀਤਾ ਹੈ, ਸਗੋਂ ਸੰਸਾਰ ਦੇ ਅੰਦਰ ਰਹਿੰਦਿਆਂ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਣੀ ਹੈ, ਇਹਨੂੰ ਚੌਥਾ ਪਦ ਕਹਿੰਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਸ਼ਬਦ ਨੂੰ, ਗੁਰੂ ਗਿਆਨ ਨੂੰ, ਰੱਬੀ ਹੁਕਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਂਦਾ ਹੈ, ਉਹ ਇਹਨਾਂ ਤਿੰਨਾਂ ਗੁਣਾਂ ਦੇ ਪ੍ਰਭਾਵ ਨੂੰ ਮਿਟਾ ਦਿੰਦਾ ਹੈ, ਉਹਦੇ ਉੱਤੇ ਇਹਨਾਂ ਦਾ ਪ੍ਰਭਾਵ ਨਹੀਂ ਹੁੰਦਾ। ਤਾਂ ਮਨ ਚੂਕੇ ਅਹੰਕਾਰੋ, ਤੇ ਉਹਦੇ ਮਨ ਵਿੱਚੋਂ ਅਹੰਕਾਰ ਵੀ ਖਤਮ ਹੋ ਜਾਂਦਾ ਹੈ। ਉਹਨੂੰ ਇਹ ਸਮਝ ਆ ਜਾਂਦੀ ਕਿ ਮੈਂ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਨਾਨਕ ਹੁਕਮੈ ਜੇ ਬੁਝੈ, ਤਾਂ ਹੂੰ ਮੈਂ ਕਹਿਣਾ ਕੋਈ। ਉਹ ਫਿਰ ਦੂਜਿਆਂ ਨੂੰ ਨੀਵਾਂ ਨਹੀਂ ਵਿਖਾਉਂਦਾ, ਉਹਦੇ ਅੰਦਰੋਂ ਸਵਾਰਥ ਆਦਿਕ ਮੁੱਕ ਜਾਂਦੇ ਨੇ, ਉਹਦੀ ਜ਼ਿੰਦਗੀ ਐਸੀ ਮਹਾਨ ਹੋ ਜਾਂਦੀ ਹੈ। ਅੰਤਰ ਬਾਹਰ ਏਕੋ ਜਾਣੈ, ਤਾਂ ਹਰ ਨਾਮ ਲੱਗੇ ਪਿਆਰੋ। ਜੇਕਰ ਅੰਦਰ ਔਰ ਬਾਹਰ ਇੱਕ ਨੂੰ ਹੀ ਜਾਣ ਲਵੇ, ਤਾਂ ਉਹਦੀ ਪ੍ਰਭੂ ਦੇ ਨਾਲ ਪ੍ਰੀਤ ਪੈ ਜਾਂਦੀ ਹੈ। ਅੰਦਰ ਬਾਹਰ ਇੱਕ ਨੂੰ ਜਾਣਨਾ ਹੈ ਕਿ ਜੋ ਮੇਰੇ ਅੰਦਰ ਹੈ ਉਹ ਹੀ ਦੂਜਿਆਂ ਦੇ ਅੰਦਰ ਹੈ। ਮੈਂ ਦੂਜਿਆਂ ਨਾਲੋਂ ਵੱਖਰਾ ਨਹੀਂ ਹਾਂ, ਦੂਜੇ ਮੇਰੇ ਤੋਂ ਵੱਖਰੇ ਨਹੀਂ ਹਨ,
ਔਰ ਦੇਖੋ ਇਹ ਕੋਈ ਐਵੇਂ ਗੱਲਾਂ ਨਹੀਂ, ਇਹ ਇੱਕ ਹਕੀਕਤ ਹੈ, ਸੱਚਾਈ ਹੈ, ਬ੍ਰਹਿਮੰਡੀ ਸੱਚ ਹੈ, ਯੂਨੀਵਰਸਲ ਟਰੂਥ ਹੈ ਕਿ ਸਾਡੇ ਵਿੱਚ ਫਰਕ ਕੀ ਹੈ। ਇੱਕ ਸਿਸਟਮ ਵਿੱਚ ਹੀ ਅਸੀਂ ਪੈਦਾ ਹੋ ਰਹੇ ਹਾਂ, ਇੱਕ ਸਿਸਟਮ ਦੇ ਅੰਦਰ ਜੀ ਰਹੇ ਹਾਂ, ਹਵਾ ਦੇ ਵਿੱਚੋਂ ਅਸੀਂ ਸਵਾਸ ਸਾਰੇ ਲੈ ਰਹੇ ਹਾਂ, ਪਾਣੀ ਨਾਲ ਸਾਡੀ ਪਿਆਸ ਮਿਟ ਰਹੀ ਹੈ, ਅੰਨ ਆਦਿਕ ਅਸੀਂ ਖਾ ਰਹੇ ਹਾਂ। ਕੇਵਲ ਸਰੀਰਾਂ ਦੀ ਬਣਤਰ ਦਾ ਫਰਕ ਹੈ ਨਾ, ਜੈਸਾ ਇਲਾਕਾ ਹੈ ਗਰਮੀ ਸਰਦੀ ਵਾਲਾ, ਉਸ ਹਿਸਾਬ ਦੇ ਨਾਲ ਮਨੁੱਖੀ ਸਰੀਰਾਂ ਦੀ ਬਣਤਰ ਹੈ, ਪਹਿਨਾਵੇ ਦੀ ਜਿਹੜੀ ਹੈ ਵਖੇਵਾ ਹੈ। ਬਾਕੀ ਅਸੀਂ ਵਖੇਵੇਂ ਜਿਹੜੇ ਨੇ ਸੱਚ ਨਾਲੋਂ ਟੁੱਟ ਕੇ ਵਿਚਾਰਾਂ ਦੇ ਵਖੇਵੇਂ ਪੈਦਾ ਕਰ ਲੈਣੇ। ਜੇ ਮਨੁੱਖ ਸੱਚ ਦੇ ਨਾਲ ਜੁੜ ਜਾਏ ਔਰ ਹਰ ਇੱਕ ਦੇ ਅੰਦਰ ਵੇਖੇ ਕਿ ਹਰ ਇੱਕ ਦੇ ਅੰਦਰ ਮੇਰੇ ਵਾਲੀਆਂ ਭਾਵਨਾਵਾਂ ਨੇ, ਹਰ ਇੱਕ ਮੇਰੇ ਵਰਗਾ ਇੱਕ ਬੰਦਾ ਹੀ ਹੈ, ਜਿਵੇਂ ਮੈਂ ਪਿਆਰ ਸਤਿਕਾਰ ਆਦਰ ਚਾਹੁੰਦਾ, ਇਵੇਂ ਦੂਜੇ ਲੋਕ ਵੀ ਪਿਆਰ ਆਦਰ ਸਤਿਕਾਰ ਚਾਹੁੰਦੇ ਨੇ। ਆਪਣੇ ਫਰਜ਼ਾਂ ਨੂੰ ਹਰ ਬੰਦਾ ਨਿਭਾਏਗਾ, ਕੋਈ ਕਿਸੇ ਦੇ ਹੱਕ ਨਹੀਂ ਖਾਏਗਾ, ਕੋਈ ਕਿਸੇ ਨਾਲ ਵੈਰ ਆਦਿਕ ਨਹੀਂ ਕਮਾਏਗਾ, ਜੇਕਰ ਅੰਦਰ ਬਾਹਰ ਇੱਕ ਜਾਣ ਲਵੇ ਕਿ ਮੇਰੇ ਵਿੱਚ ਵੀ ਉਹੀ ਰੱਬ ਹੈ ਤੇ ਦੂਜਿਆਂ ਵਿੱਚ ਵੀ ਉਹੀ ਰੱਬ ਹੈ, ਤਾਂ ਫਿਰ ਉਹਦੀ ਪ੍ਰੀਤ ਪੈ ਜਾਂਦੀ ਹੈ ਪ੍ਰਭੂ ਦੇ ਗੁਣਾਂ ਦੇ ਨਾਲ। ਸੁਖਮਨਾ ਇੜਾ ਪਿੰਗੁਲਾ ਬੁੱਧ ਹੈ ਜਾਂ ਆਪੇ ਅਲਖ ਲਖਾਏ। ਸੁਖਮਨਾ ਇੜਾ ਔਰ ਪਿੰਗਲਾ ਇਹ ਤਿੰਨ ਨਾੜੀਆਂ ਨੇ। ਇੜਾ ਕਹਿੰਦੇ ਨੇ ਖੱਬੀ ਨਾਸ ਦੀ ਨਾੜੀ, ਤੇ ਪਿੰਗਲਾ ਸੱਜੀ ਨਾਸ ਦੀ ਨਾੜੀ ਪਿੰਗੁਲਾ, ਤੇ ਸੁਖਮਨਾ ਵਿਚਕਾਰਲੀ ਨਾੜੀ ਜਿੱਥੇ ਪ੍ਰਾਣਾਯਾਮ ਵੇਲੇ ਸਵਾਸ ਜੋ ਵੀ ਟਿਕਾਉਂਦੇ ਨੇ। ਜਦੋਂ ਪ੍ਰਾਣਾਯਾਮ ਕਰਦੇ ਨੇ ਨਾ ਤਾਂ ਅੰਗੂਠੇ ਦੇ ਨਾਲ ਸੱਜੀ ਨਾਸ ਨੂੰ ਬੰਦ ਕਰਕੇ ਸਵਾਸ ਉਤਾਂ ਨੂੰ ਲੈਂਦੇ ਨੇ। ਇਸ ਤਰ੍ਹਾਂ ਸਵਾਸ ਲੈ ਕੇ ਫਿਰ ਇਹਨਾਂ ਦੋਵਾਂ ਉਂਗਲਾਂ ਨਾਲ ਨੱਕ ਬੰਦ ਕਰਦੇ ਨੇ। ਨੱਕ ਬੰਦ ਕਰਕੇ ਫਿਰ ਗਰਦਨ ਥੱਲੇ ਨੂੰ ਕਰਕੇ ਤੇ ਉਹਨਾਂ ਨੂੰ ਪ੍ਰਾਣਾ ਨੂੰ ਰੋਕਦੇ ਨੇ। ਇਹਨੂੰ ਕਹਿੰਦੇ ਨੇ ਬੰਦ ਲਾਣਾ। ਤੇ ਉਹ ਜਿੱਥੇ ਰੋਕਦੇ ਨੇ ਉਹਨੂੰ ਕਹਿੰਦੇ ਨੇ ਸੁਖਮਨਾ। ਤੇ ਫਿਰ ਸਿਰ ਉੱਤੇ ਨੂੰ ਕਰਕੇ ਫਿਰ ਅੰਗੂਠਾ ਛੱਡ ਕੇ ਦੂਜੇ ਪਾਸੋਂ ਸਵਾਸ ਕੱਢਦੇ ਨੇ, ਜਿਵੇਂ ਅਲੋਮ ਵਿਲੋਮ ਕਰਦੇ ਨੇ। ਇਹਦੇ ਨਾਲ ਮਿਲਦਾ ਜੁਲਦਾ ਹੀ ਇਹ ਹੁੰਦਾ ਹੈ। ਤੇ ਇਹਨੂੰ ਕਹਿੰਦੇ ਨੇ ਇੜਾ ਪਿੰਗੁਲਾ ਔਰ ਸੁਖਮਨਾ। ਇੜਾ ਦਾ ਮਤਲਬ ਖੱਬੀ ਨਾਸ ਦੀ ਨਾੜੀ, ਪਿੰਗੁਲਾ ਦਾ ਮਤਲਬ ਸੱਜੀ ਨਾਸ ਦੀ ਨਾੜੀ, ਸੁਖਮਨਾ ਦਾ ਮਤਲਬ ਵਿਚਕਾਰਲੀ ਨਾੜੀ ਜਿੱਥੇ ਦੋਵੇਂ ਮਿਲਦੀਆਂ ਨੇ ਜਾ ਕੇ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਅਲਖ ਪ੍ਰਭੂ ਨੂੰ ਬੰਦਾ ਵੇਖਦਾ ਨਾ, ਜਦੋਂ ਅਲਖ ਪ੍ਰਭੂ ਆਪਣਾ ਆਪਾ ਲਖਾਂਦਾ ਹੈ, ਵਿਖਾਂਦਾ ਹੈ, ਆਪਣੇ ਸਰੂਪ ਦੀ ਸਮਝ ਬਖਸ਼ਦਾ ਹੈ, ਤਦੋਂ ਜਿਹੜਾ ਹੈ ਗੁਰਮੁਖ ਇੜਾ ਪਿੰਗਲਾ ਸੁਖਮਾ ਨੂੰ ਸਮਝ ਲੈਂਦਾ ਹੈ। ਅਦ੍ਰਿਸ਼ਟ ਨੂੰ ਜਦੋਂ ਵੇਖਦਾ ਹੈ ਤੇ ਉਹਨੂੰ ਸਮਝ ਆ ਜਾਂਦੀ ਹੈ ਕਿ ਨਾੜੀਆਂ ਨੂੜੀਆਂ ਵਾਲਾ ਚੱਕਰ ਜਿਹੜਾ ਹੈ ਇਹ ਬੇਕਾਰ ਦੇ ਸਾਧਨ ਨੇ। ਜਦੋਂ ਤੁਸੀਂ ਬਾਣੀ ਵਿੱਚ ਪੜੋਗੇ ਨਾ, ਇੜਾ ਪਿੰਗੁਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ, ਤਾਗਾ ਟੂਟਾ ਗਗਨ ਬਿੰਸ ਗਿਆ ਤੇਰਾ ਬੋਲਤ ਕਹਾਂ ਸਮਾਹੀ। ਕਿ ਜਦੋਂ ਮੈਂ ਪ੍ਰਭੂ ਦੇ ਨਾਲ ਜੁੜਿਆ, ਮੇਰਾ ਮੋਹ ਦਾ ਧਾਗਾ ਟੁੱਟ ਗਿਆ, ਤੇਰਾ ਬੋਲਤ ਕਹਾਂ ਸਮਾਹੀ, ਜਿਹੜਾ ਮੇਰਾ ਤੇਰਾ ਬੋਲਦਾ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ, ਵਿਚਾਰ ਹੀ ਖਤਮ ਹੋ ਗਏ। ਇੜਾ ਪਿੰਗੁਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ, ਇਹਨਾਂ ਨੂੰ ਅਵਗਣ ਕਹਿ ਰਹੇ ਨੇ ਕਿ ਇਹ ਔਗਣੀ ਭਰਿਆ ਕੰਮ, ਜਿਹੜਾ ਵਿਅਰਥ ਦਾ ਕੰਮ ਸੀ, ਇਹ ਕੰਮ ਪਤਾ ਨਹੀਂ ਕਿੱਧਰ ਚਲੇ ਗਏ, ਇਹ ਵਿਅਰਥ ਦੇ ਕੰਮ ਜਾਪਦੇ ਨੇ। ਜਿਨ੍ਹਾਂ ਨੂੰ ਲੋਕ ਧਰਮ ਸਮਝ ਕੇ ਕਰ ਰਹੇ ਨੇ ਉਹ ਵਿਅਰਥ ਪਾਸਣ ਲੱਗ ਜਾਂਦੇ ਨੇ। ਉਹ ਫਿਰ ਇੜਾ ਪਿੰਗਲਾ ਨੂੰ ਸਮਝ ਲੈਂਦਾ ਹੈ ਕਿ ਇਹ ਬੇਕਾਰ ਦੇ ਵਿਅਰਥ ਦੇ ਜਿਹੜੇ ਕਰਮ ਨੇ, ਇਹਨਾਂ ਕਰਮਾਂ ਦੀ ਕੋਈ ਲੋੜ ਜਿਹੜੀ ਹੈ ਮੈਨੂੰ ਨਹੀਂ ਹੈ। ਨਾਨਕ ਤਿਹੋਂ ਤੇ ਉੱਪਰ ਸਾਚਾ ਸਤਿਗੁਰ ਸ਼ਬਦ ਸਮਾਏ। ਤਿਹੋਂ ਤੇ ਦਾ ਮਤਲਬ ਤਿੰਨਾਂ ਤੋਂ। ਕਿਹੜੀਆਂ ਤਿੰਨ? ਇੜਾ ਪਿੰਗਲਾ ਔਰ ਸੁਖਮਨ। ਇਹਨਾਂ ਤਿੰਨਾਂ ਦੇ ਅਭਿਆਸ ਤੋਂ, ਪ੍ਰਾਣਾਯਾਮ ਤੋਂ। ਉੱਪਰ ਦਾ ਮਤਲਬ ਉੱਤੇ ਹੈ, ਸਾਚਾ ਦਾ ਮਤਲਬ ਸੱਚਾ ਪ੍ਰਭੂ। ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਇੜਾ ਪਿੰਗਲਾ ਸੁਖਮਨਾ ਦੇ ਅਭਿਆਸ ਤੋਂ ਉਤਾਂ ਹੈ। ਉਤਾਂ ਦਾ ਮਤਲਬ ਇਸ ਅਭਿਆਸ ਦੇ ਨਾਲ ਨਹੀਂ ਮਿਲਦਾ। ਐਵੇਂ ਜੇ ਪੁੱਠੇ ਸਿੱਧੇ ਸਾਹ ਲੈਣ ਦੇ ਨਾਲ ਰੱਬ ਮਿਲਦਾ ਹੋਵੇ ਤੇ ਸਾਰਾ ਦਿਨ ਹੀ ਬੰਦਾ ਕੰਮ ਕਰੀ ਜਾਏ, ਹੋਰ ਕੁਛ ਕਰਨ ਦੀ ਲੋੜ ਨਹੀਂ। ਨਾਨਕ ਤਿਹੋਂ ਤੇ ਉੱਪਰ ਸਾਚਾ, ਕਿ ਜਿਹੜੇ ਇੜਾ ਪਿੰਗਲਾ ਵਾਲੇ ਅਭਿਆਸ ਨੇ ਇਹਨਾਂ ਤੋਂ ਉੱਤੇ ਵੇ, ਇਹਨਾਂ ਅਭਿਆਸਾਂ ਦੇ ਨਾਲ ਨਹੀਂ ਮਿਲਦਾ। ਸਤਿਗੁਰ ਸ਼ਬਦ ਸਮਾਏ। ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ, ਜਿਸ ਦਾ ਮਤਲਬ ਸ਼ਬਦ ਦੇ ਰਾਹੀਂ। ਸਤਿਗੁਰ ਦੇ ਰਾਰੇ ਦੇ ਥੱਲੇ ਔਂਕੜ ਨਹੀਂ ਹੈ। ਇਹਦਾ ਮਤਲਬ ਸਤਿਗੁਰ ਦੇ ਸ਼ਬਦ ਦੀ ਰਾਹੀਂ
समाए दा मतलब बंदा रब दे विच समांदा है। सच्चे गुरु दे ज्ञान राही, गुरु दे उपदेश मुताबिक जिंदगी जी के सच दे अंदर समाया जा सकता है, रब विच समाया जा सकता है, ईड़ा पिंगला दे नाल नहीं। ਤਾਂ ਦੇਖੋ ਕਿੰਨੇ ਸਾਰੇ ਸਾਡੇ ਭਰਮ ਭੁਲੇਖੇ ਦੂਰ ਹੁੰਦੇ ਨੇ। ਸਿੱਧ ਯੋਗੀ ਇਹੀ ਕਰਮ ਕਰ ਰਹੇ ਸੀ। ਹੁਣ ਈੜਾ ਪਿੰਗਲਾ ਸੁਖਮਨਾ ਵਾਲੇ ਅਭਿਆਸ ਕਰਨੇ, ਦਸਮ ਦੁਆਰ ਵਿੱਚ ਪ੍ਰਾਨ ਚੜਾਣੇ, ਉਹਨਾਂ ਸਿੱਧਾਂ ਦੇ ਨਾਲੋਂ ਜ਼ਿਆਦਾ ਕੋਈ ਨਹੀਂ ਕਰ ਸਕਦਾ। ਸਿੱਧ ਦਾ ਮਤਲਬ ਹੀ ਹੈ ਜੋ ਯੋਗ ਸਾਧਨਾ ਦੇ ਅੰਦਰ ਪੁੱਗਿਆ ਹੋਇਆ ਹੈ। ਤੇ ਉਹਨੂੰ ਗੁਰੂ ਸਾਹਿਬ ਜੀ ਵਿਅਰਥ ਕਰਮ ਦੱਸ ਰਹੇ ਨੇ। ਭਗਤ ਕਬੀਰ ਜੀ ਉਹਨਾਂ ਨੂੰ ਵਿਅਰਥ ਕਰਮ ਕਹਿ ਰਹੇ ਨੇ। ਈੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ। ਇਹਨਾਂ ਦਾ ਧਰਮ ਦੇ ਨਾਲ ਕੋਈ ਸੰਬੰਧ ਨਹੀਂ ਹੈ, ਇਹਨਾਂ ਚੀਜ਼ਾਂ ਦਾ ਭਗਤੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਵੈਸੇ ਸਰੀਰਕ ਤੌਰ ਤੇ ਜੇ ਕੋਈ ਕਸਰਤ ਕਰਦਾ ਹੈ ਉਹਦੀ ਆਪਣੀ ਮਰਜ਼ੀ ਹੈ, ਉਹਨੂੰ ਰੋਕਿਆ ਵਰਜਿਆ ਨਹੀਂ ਜਾ ਸਕਦਾ। ਕਿਸੇ ਨੂੰ ਸਰੀਰਕ ਲਾਭ ਹੁੰਦਾ ਹੈ, ਇੱਕ ਵੱਖਰਾ ਟੌਪਿਕ ਹੈ, ਲੇਕਿਨ ਇਹਦਾ ਧਰਮ ਨਾਲ ਔਰ ਭਗਤੀ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਰੱਬ ਦੀ ਭਗਤੀ ਹੈ ਜਾਂ ਨਾਮ ਐਵੇਂ ਜਪਣਾ ਪੁੱਠੇ ਸਿੱਧੇ ਸਾਹ ਲੈ ਕੇ, ਉਹ ਨਹੀਂ ਹੈ। ਨਾਨਕ ਤਿਹੁ ਤੇ ਉਪਰ ਸਾਚਾ, ਸਤਿਗੁਰ ਸ਼ਬਦ ਸਮਾਏ ਜੋ ਸਰਬ ਵਿਆਪਕ ਹੈ। ਉਹਦੇ ਅੰਦਰ ਗੁਰੂ ਦੇ ਸ਼ਬਦ ਰਾਹੀਂ ਸਮਾਇਆ ਜਾ ਸਕਦਾ ਹੈ। ਗੁਰੂ ਦੇ ਸ਼ਬਦ ਦਾ ਮਤਲਬ ਗੁਰੂ ਦੀ ਵਿਚਾਰਧਾਰਾ, ਯਾਨੀ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਮੁਕੰਮਲ ਜ਼ਿੰਦਗੀ ਜਿਹੜੀ ਹੈ ਗੁਰੂ ਦੇ ਗਿਆਨ ਮੁਤਾਬਕ ਹੋਣੀ ਚਾਹੀਦੀ ਹੈ, ਸੱਚ ਨੂੰ ਬੇਸ ਬਣਾ ਕੇ। ਇਹ ਨਹੀਂ ਕਿ ਸਾਰਾ ਦਿਨ ਠੱਗੀਆਂ ਮਾਰ ਕੇ ਤੇ ਸਵੇਰੇ 10 ਮਿੰਟ ਅਭਿਆਸ ਕਰ ਲਿਆ ਦਸਮ ਦੁਆਰ ਵਿੱਚ ਪ੍ਰਾਨ ਚੜਾਉਣ ਦਾ ਤੇ ਮੈਂ ਮੁਕਤ ਹੋ ਜਾਵਾਂਗਾ। ਇਹ ਸਭ ਇੱਕ ਵਹਿਮ ਨੇ। ਗੁਰੂ ਜੀ ਨੇ ਇਹਨਾਂ ਵਹਿਮਾਂ ਦੇ ਵਿੱਚੋਂ ਸਾਨੂੰ ਕੱਢਿਆ ਹੈ ਔਰ ਸੌਖਾ ਇੱਕ ਸਾਧਨ ਦਿੱਤਾ ਹੈ ਕਿ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਦਿੱਤੇ ਵੇ ਆਫ ਲਾਈਫ ਰਾਹੀਂ ਐਸ ਪ੍ਰਭੂ ਦੇ ਅੰਦਰ ਸਮਾਇਆ ਜਾ ਸਕਦਾ ਹੈ ਬੜੇ ਸੌਖੇ ਢੰਗ ਦੇ ਨਾਲ। ਤੇ ਜੋ ਕੁਛ ਉਹ ਸਿੱਧ ਪੀਰ ਕਰ ਰਹੇ ਸਨ, ਜੋਗੀ ਕਰ ਰਹੇ ਸਨ ਜਾਂ ਲੋਕਾਂ ਤੋਂ ਕਰਾ ਰਹੇ ਸਨ, ਕਰਨ ਦਾ ਉਪਦੇਸ਼ ਦੇ ਰਹੇ ਸਨ, ਜਦੋਂ ਧਿਆਨ ਦੇ ਨਾਲ ਵੇਖੋਗੇ ਤੇ ਉਹੀ ਕੰਮ ਸਾਡੇ ਬਾਬੇ ਕਰਦੇ ਹੋਏ ਔਰ ਕਰਾਉਂਦੇ ਹੋਏ ਨਜ਼ਰੀ ਪੈ ਰਹੇ ਨੇ। ਇਸ ਲਈ ਜ਼ਰੂਰਤ ਹੈ ਗੁਰਬਾਣੀ ਨੂੰ ਸਮਝ ਕੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸੁਖੈਨ ਕਰਨ ਦੀ, ਇਸ ਸੰਸਾਰ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਜੀਵਨ ਨੂੰ ਸਵਰਗ ਬਣਾਉਣ ਦੀ। ਪਰ ਇੱਕ ਗੱਲ ਚੇਤੇ ਰਹੇ, ਇਹ ਜੀਵਨ ਉੱਚਾ ਸੁੱਚਾ ਹੋਵੇਗਾ ਉਸੇ ਦਾ ਭਾਈ ਜਿਹੜਾ ਇਹਦੇ ਤੇ ਅਮਲ ਕਰੇਗਾ। ਇਹ ਨਹੀਂ ਕਿ ਹੁਣ ਮੈਂ ਵਿਆਖਿਆਨ ਕਰ ਰਿਹਾ ਤੇ ਵਿਆਖਿਆਨ ਕਰਨ ਨਾਲ ਮੇਰਾ ਜੀਵਨ ਉੱਚਾ ਹੋ ਜਾਏਗਾ। ਅਮਲ ਜੇ ਮੈਂ ਕਰਾਂਗਾ ਤੇ ਤਾਂ ਹੈ, ਤੇ ਜੇ ਮੈਂ ਆਪ ਅਮਲ ਨਹੀਂ ਕਰਦਾ ਤਾਂ ਮੈਂ ਤੁਹਾਡੇ ਤੋਂ ਵੱਡਾ ਦੋਸ਼ੀ ਹਾਂ। ਅਵਰ ਉਪਦੇਸ਼ ਹੈ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਜੋ ਬੰਦਾ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਪਰ ਆਪ ਉਹਦੇ ਤੇ ਅਮਲ ਨਹੀਂ ਕਰਦਾ ਤਾਂ ਉਹਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੋ ਜਾਂਦੀਆਂ ਨੇ ਔਰ ਉਹ ਬੰਦਾ ਭਟਕਣਾ ਦੇ ਅੰਦਰ ਪਿਆ ਰਹਿੰਦਾ ਹੈ, ਏਮਲੈਸ ਜ਼ਿੰਦਗੀ ਜਿੰਦਾ ਹੈ। ਬੇਸ਼ੱਕ ਉਹ ਕੋਈ ਵੀ ਹੈ। ਮੈਂ ਹਾਂ, ਜੇ ਮੈਂ ਨਹੀਂ ਕਰਦਾ ਇਸ ਤਰ੍ਹਾਂ ਅਮਲ ਨਹੀਂ ਕਰਦਾ ਤਾਂ ਮੇਰੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੋਣਗੀਆਂ ਹੀ ਹੋਣਗੀਆਂ, ਮੈਂ ਭਟਕਣਾ ਵਿੱਚ ਪਵਾਂਗਾ ਹੀ ਪਵਾਂਗਾ। ਔਰ ਇਹ ਗੱਲ ਕੇਵਲ ਪ੍ਰਚਾਰਕਾਂ ਤੱਕ ਸੀਮਤ ਨਹੀਂ ਹੈ। ਮਾਂ-ਬਾਪ ਆਪਣੇ ਬੱਚਿਆਂ ਨੂੰ ਕਹਿੰਦੇ ਨੇ, ਆਪ ਨਹੀਂ ਕਰਦੇ। ਰਾਜਨੀਤਿਕ ਲੋਕਾਂ ਨੂੰ ਕਹਿ ਰਹੇ ਨੇ, ਕਾਨੂੰਨ ਬਣਾ ਰਹੇ ਨੇ, ਲੇਕਿਨ ਆਪ ਫੋਲੋ ਨਹੀਂ ਕਰਦੇ। ਤਾਂ ਕੋਈ ਵੀ ਹੈ, ਕੋਈ ਵੀ ਇਨਸਾਨ ਜੋ ਚੰਗੀ ਗੱਲ ਲੋਕਾਂ ਨੂੰ ਤੇ ਕਹਿੰਦਾ ਪਰ ਆਪ ਉਹਦਾ ਧਾਰਨੀ ਨਹੀਂ, ਤਾਂ ਉਹਦੇ ਅੰਦਰ ਪਸ਼ੂ ਬਿਰਤੀਆਂ ਪੈਦਾ ਹੋਣਗੀਆਂ, ਉਹ ਇਨਸਾਨ ਭਟਕਣਾ ਵਿੱਚ ਪਵੇਗਾ। ਇਸ ਲਈ ਇਸ ਭਟਕਣਾ ਤੋਂ ਔਰ ਪਸ਼ੂ ਬਿਰਤੀਆਂ ਤੋਂ ਬਚਣ ਵਾਸਤੇ ਇੱਕੋ ਇੱਕ ਸਾਧਨ ਹੈ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ, ਗੁਰੂ ਦਾ ਗਿਆਨ, ਸੱਚ ਦੇ ਰਾਹਾਂ ਤੇ ਤੁਰਨਾ, ਰੱਬੀ ਰਜ਼ਾ ਦੇ ਵਿੱਚ ਤੁਰਨਾ ਔਰ ਉਸ ਸਰਬ ਵਿਆਪਕ ਦੇ ਅੰਦਰ ਸਮਾ ਜਾਣਾ। ਤਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਅੱਜ ਦੀ ਇਸ ਵਿਚਾਰ ਵਿੱਚ। ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਵੇ ਤਾਂ ਉਹ ਆਪਣਾ ਸਵਾਲ ਕਰ ਸਕਦਾ ਹੈ, ਔਰ ਜੇ ਕਿਸੇ ਵੀਰ ਭੈਣ ਨੇ ਕੋਈ ਆਪਣਾ ਵਿਚਾਰ ਦੇਣਾ ਹੈ ਤਾਂ ਉਹ ਆਪਣੇ ਵਿਚਾਰ ਵੀ ਦੇ ਸਕਦਾ ਹੈ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ ਤੇ ਭਾਈ ਸਾਹਿਬ ਨੂੰ ਬਾਰ-ਬਾਰ ਨਾ ਕਹਿਣਾ ਪਵੇ। ਇਸ ਲਈ ਆਪ ਜਿਨ੍ਹਾਂ ਨੇ ਕੋਈ ਸਵਾਲ ਪੁੱਛਣਾ ਹੈ ਜਾਂ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਅਨਮਿਊਟ ਹੋ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸੁਣੇ ਲਿਆ ਜੀ ਗਿਆਨੀ ਜੀ ਨੂੰ, ਤੇ ਜਿਨ੍ਹਾਂ ਨੇ ਵੀ ਕੋਈ ਅੱਜ ਦੇ
ਜਿਹੜੀ ਕਥਾ ਹੋਈ ਹੈ ਉਹਦੇ ਵਿੱਚ ਕੋਈ ਸਵਾਲ ਕਰਨਾ ਤਾਂ ਤੁਸੀਂ ਅਨਮਿਊਟ ਹੋ ਜਾਓ। ਸਾਡੇ ਨਾਲ ਆਲਰੇਡੀ ਅਨਮਿਊਟ ਹੋਏ ਹੈ ਜੀ ਕੁਲਦੀਪ ਕੌਰ ਤੇ ਸਤਵੰਤ ਕੌਰ, ਸਤਨਾਮ ਕੌਰ, ਤੇ ਅਸੀਂ ਸਿੱਧੇ ਉਹਨਾਂ ਦੇ ਕੋਲ ਜਾਂਦੇ ਹਾਂ ਜੀ। ਸਭ ਤੋਂ ਪਹਿਲਾਂ ਕੁਲਦੀਪ ਕੌਰ ਜੀ, ਤੁਸੀਂ ਅਨਮਿਊਟ ਹੋਏ ਆ, ਤੁਸੀਂ ਗੱਲ ਕਰੋ ਜੀ। ਗਿਆਨੀ ਜੀ, ਮੈਂ ਪੁੱਛਣਾ ਸੀ, ਜਿਹੜਾ ਆ ਹੈਗਾ ਨਾ ਤਨ ਮਨ ਨਿਰਮਲ, ਨਿਰਮਲ ਤਨ ਮਨ ਨਿਰਮਲ, ਇਹ ਤਾਂ ਮੇਲ ਚ ਆ ਗਿਆ। ਨਿਰਮਲ ਬਾਣੀ ਨਾਮੋ, ਇਹ ਜਿਹੜਾ ਮਮੇ ਤੇ ਔਂਕੜ ਆਇਆ, ਇਹ ਫੀਮੇਲ ਬਣਾ ਦਿੰਦਾ? ਕੁਲਦੀਪ ਭੈਣ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਆਵਾਜ਼ ਨਹੀਂ ਆਈ? ਹਾਂ, ਹੁਣ ਆਈ ਆਵਾਜ਼, ਬੋਲੋ। ਅੱਛਾ, ਤਨ ਮਨ ਨਿਰਮਲ, ਇਹ ਤਾਂ ਮੇਲ ਹੋ ਗਿਆ। ਨਿਰਮਲ ਬਾਣੀ ਨਾਮ, ਨਾਮ ਜਿਹੜਾ ਮਮੇ ਤੇ ਤੁਸੀਂ ਹਾਂਜੀ ਹਾਂਜੀ, ਮਮੇ ਦੇ ਉੱਪਰ ਜਿਹੜਾ ਔਂਕੜ ਆ, ਇਹ ਔਂਕੜ ਫਿਰ ਫੀਮੇਲ ਬਣਾ ਦਿੰਦਾ? ਫੀਮੇਲ ਨਹੀਂ ਜੈਂਡਰ ਨਹੀਂ ਬਣਾ ਨਹੀਂ, ਦਿੰਦਾ? ਔਂਕੜ ਨਹੀਂ, ਔਂਕੜ ਨਹੀਂ, ਨਹੀਂ, ਤਨ ਮਨ sorry, ਬਾਣੀ, ਨਿਰਮਲ ਬਾਣੀ ਹੈ ਨਾ ਜੋ ਬਾਣੀ। ਯਾਨੀ ਜੀ ਸੌਰੀ, ਮੇਰੇ ਮੂੰਹੋਂ ਔਂਕੜ ਨਿਕਲ ਗਿਆ। ਉੱਪਰ ਜਿਹੜਾ ਹੋੜਾ ਆ, ਹੋੜਾ। ਨਹੀਂ ਨਹੀਂ ਨਹੀਂ, ਉਹ ਨਹੀਂ, ਬਾਣੀ ਜਿਹੜੀ ਹੈ ਨਾ, ਬਾਣੀ, ਹਾਂ ਬਾਣੀ ਫੀਮੇਲ ਜੈਂਡਰ ਹੈ। ਹਾਂ, ਤੇ ਨਾਮ ਤੇ ਜਿਹੜਾ- ਫਿਰ ਨਾਮੋ? ਨਹੀਂ, ਨਾਮੋ ਨਹੀਂ, ਜਿਹੜਾ ਨਿਰਮਲ ਹੈ ਨਾ, ਉਹ ਇਹਦਾ ਵਿਸ਼ੇਸ਼ਣ ਹੈ ਬਾਣੀ ਦਾ। ਓਕੇ ਓਕੇ, ਤੇ ਨਿਰਮਲ ਦੇ ਲੱਲੇ ਥੱਲੋਂ ਔਂਕੜ ਹਟਾ ਕੇ ਨਿਰਮਲ ਨੂੰ ਫੀਮੇਲ ਬਣਾਇਆ ਗਿਆ ਹੈ। ਓਕੇ, ਉਹਦੀ ਗੱਲ ਨਾਮੋ ਪੁੱਛਣ ਮਨ ਦੀ ਗੱਲ ਵਸਾਏ ਕਰ ਅੱਗੇ ਚਲਾ ਜਾਣਾ ਹੈ। ਤਨ ਮਨ ਨਿਰਮਲ, ਇੱਥੇ ਰੁਕਣਾ ਹੈ। ਨਿਰਮਲ ਬਾਣੀ, ਇੱਥੇ ਰੁਕਣਾ ਹੈ। ਨਾਮੋ ਮਨ ਵਸਾਏ, ਜੋ ਬਾਣੀ ਸਮਝਾ। ਫੀਮੇਲ ਜੈਂਡਰ ਹੈ, ਇਸ ਲਈ ਨਿਰਮਲ ਨੂੰ ਫੀਮੇਲ ਬਣਾਉਣ ਵਾਸਤੇ ਤੇ ਉਹਦਾ ਔਂਕੜ ਹਟਾਇਆ। ਠੀਕ ਠੀਕ, ਸਮਝ ਆ ਗਈ ਹੁਣ। ਓਕੇ, ਥੈਂਕ ਯੂ ਜੀ। ਠੀਕ ਹੈ ਜੀ, ਧੰਨਵਾਦ ਜੀ। ਤੇ ਸਾਡੇ ਨਾਲ ਸਤਨਾਮ ਕੌਰ ਹੈ ਜੀ, ਉਹਦੇ ਬਾਅਦ ਚ ਸਤਵੰਤ ਕੌਰ ਜੀ। ਹਾਂਜੀ, ਸਤਨਾਮ ਕੌਰ ਜੀ। ਹਾਂਜੀ ਗਿਆਨੀ ਜੀ, त्रै सत अंगुल वाई औधु सुन सच आहारो, वाई ਦਾ ਕੀ ਮਤਲਬ ਹੋਇਆ? ਵਾਈ ਦਾ ਮਤਲਬ ਹਵਾ ਜੀ। ਵਾਈ ਦਾ ਮਤਲਬ ਹਵਾ। ਅੱਛਾ, ਤੇ ਇੱਕ ਗੱਲ ਦੂਸਰੀ, ਤੁਸੀਂ ਇੱਕ ਲਾਈਨ ਪੜ੍ਹੀ ਸੀ ਨਾ, ਇਹੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਣ ਕਤ ਜਾਹੀ, ਕਤ ਜਾਹੀ। ਤੁਸੀਂ ਲਾਈਨ ਕੀ ਹੈ ਇਹਦੀ? ਈੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਣ ਕਤ ਜਾਹੀ। ਜੀ, ਤੇ ਅੱਗੇ ਨਾ ਉਹ ਸਾਰੀਆਂ ਫਿਰ ਇਹ ਸ਼ਬਦ ਦੇ ਵਿੱਚ ਅਗਲੀਆਂ ਲਾਈਨਾਂ ਵੀ ਆ ਜਾਣਗੀਆਂ। ਉਹ ਜਿਹੜੀ ਮੈਂ ਪੜ੍ਹ ਰਿਹਾ ਸੀ, ਲਾਈਨ ਸੀ ਪ੍ਰੈਸ, ਮੈਨੂੰ ਸੌਰੀ ਉਹ ਪੰਕਤੀ ਭੁੱਲ ਗਈ। ਈੜਾ ਪਿੰਗਲਾ, ਹਾਂ, ਤਾਗਾ ਟੂਟਾ ਗगन ਬਿੰਸ ਗਿਆ, ਤੇਰਾ ਬੋਲਤ ਕਹਾਂ ਸਮਾਹੀ। ਤਾਗਾ ਟੂਟਾ ਦਾ ਮਤਲਬ ਜਦੋਂ ਮੋਹ ਦਾ ਧਾਗਾ ਟੁੱਟ ਗਿਆ ਨਾ। ਗगन ਬਿੰਸ ਗਿਆ, ਗगन ਦਾ ਮਤਲਬ ਜਿਹੜਾ ਬਹੁਤ ਵੱਡਾ ਖਲਾਰਾ ਪਾਇਆ ਸੀ ਮੈਂ ਆ ਵਿਕਾਰਾਂ ਦਾ, ਉਹ ਧਾਗਾ ਟੁੱਟਣ ਦੇ ਨਾਲ ਉਹ ਖਲਾਰਾ ਵੀ ਖਤਮ ਹੋ ਗਿਆ। ਤੇਰਾ ਬੋਲਤ ਦਾ ਮਤਲਬ ਜਿਹੜਾ ਮੇਰੇ ਅੰਦਰ ਮੇਰਾ ਤੇਰਾ ਬੋਲਦਾ ਸੀ ਕਿ ਇਹ ਚੀਜ਼ ਤੇਰੀ ਹੈ, ਮੇਰੀ ਹੈ। ਕਹਾਂ ਸਮਾਹੀ ਦਾ ਮਤਲਬ ਪਤਾ ਨਹੀਂ ਉਹ ਕਿੱਥੇ ਸਮਾ ਗਿਆ, ਪਤਾ ਹੀ ਨਹੀਂ ਲੱਗਾ ਵੀ ਇਹ ਮੇਰ ਤੇਰ ਦੀਆਂ ਵਿਤਕਰੇ ਕਿੱਧਰ ਚਲੇ ਗਏ। ਸ਼ੁਕਰੀਆ ਜੀ। ਹਾਂਜੀ, ਠੀਕ ਹੈ ਜੀ, ਧੰਨਵਾਦ ਜੀ। ਅੱਛਾ ਜੀ, ਇੱਥੇ ਬੁਲਾਈਏ ਫਤਿਹ। ਆਪਾਂ ਕੱਲ ਮੁੜ ਕੇ ਫਿਰ 1 ਵਜੇ ਆਵਾਂਗੇ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।